देखो तुसी शायद सुखबीर बादल होਰਾਂ ਦੀ ਪ੍ਰੈਸ ਕਾਨਫਰੰਸ 'ਚ ਸਾਰੇ ਹਾਜ਼ਰ ਹੋਣਗੇ। ਉਹਨਾਂ ਨੇ ਬੜਾ ਕਲੀਅਰ ਕਿਹਾ ਸੀ ਵੀ ਜੋ ਬਿਆਨ ਚੰਦੂ ਮਾਜਰਾ ਜੀ ਨੇ ਕਿਹਾ ਉਹ ਪਾਰਟੀ ਦਾ ਸਟੈਂਡ ਆ, ਉਹ ਪਾਰਟੀ ਦਾ ਵਿਚਾਰ ਹੈ। ਸੋ ਕਈ ਵਾਰੀ ਸ਼ਬਦਾਂ ਦਾ ਵਰਤੋਂ ਕੋਈ ਕਿਸੇ ਹਿਸਾਬ ਨਾਲ ਕੀਤੀ ਜਾਵੇ ਅਲੱਗ ਗੱਲ ਆ, ਪਰ ਅੱਜ ਮੈਂ ਫੇਰ ਕਲੀਅਰ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਚਾਰ ਗੱਲਾਂ ਤੇ ਇਸ ਮੁਲਕ ਦੇ ਵਿੱਚ ਰਾਜਨੀਤਿਕ ਗਲਿਆਰਿਆਂ 'ਚ ਜਿਹੜੀ ਪਹਿਚਾਣ ਬਣਾਈ ਆ ਸੰਘੀ ਢਾਂਚੇ ਦੀ, ਡੀਸੈਂਟਰਲਾਈਜੇਸ਼ਨ ਆਫ ਪਾਵਰ, ਫੈਡਰਲਿਜ਼ਮ ਇਨ ਕੰਟਰੀ, ਔਰ ਦੂਜਾ ਜਿਹੜਾ ਹੈ ਕਿਸਾਨੀ ਦੇ ਹੱਕ, ਭਾਵੇਂ ਖੇਤ ਮਜ਼ਦੂਰ ਲਈ, ਵਪਾਰੀ ਲਈ, ਮੁਲਾਜ਼ਮ ਲਈ ਵੀ ਸ਼੍ਰੋਮਣੀ ਅਕਾਲੀ ਦਲ ਆਵਾਜ਼ ਬੁਲੰਦ ਕਰਦਾ ਰਿਹਾ, ਬਲਕਿ ਖਾਸ ਤੌਰ 'ਤੇ ਘੱਟ ਜਿਹੜੀਆਂ ਸ਼ਡਿਊਲ ਕਾਸਟ ਨੇ ਉਹਨਾਂ ਨੂੰ ਜਿੰਨੇ ਵੀ ਵੱਧ ਤੋਂ ਵੱਧ ਸਹੂਲਤਾਂ ਕੋਈ ਸਰਕਾਰ ਦੇ ਸਕਦੀ ਆ ਤਾਂ ਅਕਾਲੀ ਸਰਕਾਰਾਂ ਵੀ ਦਿੱਤੀਆਂ ਗਈਆਂ। ਇਹ ਠੀਕ ਆ ਵੀ ਅਕਾਲੀ ਦਲ ਬੜਾ ਕਲੀਅਰ ਆ ਦੋ ਗੱਲਾਂ 'ਤੇ ਵੀ ਇੱਕ ਤਾਂ ਜਿਹੜੀ ਸਰਕਾਰੀ ਪਰਚੇਜ਼ ਆ ਯਕੀਨੀ ਰਹਿਣੀ ਚਾਹੀਦੀ ਆ, ਔਰ ਜਿਹੜਾ MSP ਸਿਸਟਮ ਆ ਉਹ ਖਤਮ ਨਹੀਂ ਹੋਣਾ ਚਾਹੀਦਾ। ਇਹ ਗੱਲਾਂ ਦੋ 'ਤੇ ਤਾਂ ਅਕਾਲੀ ਦਲ ਬਿਲਕੁਲ ਕਲੀਅਰ ਆ। ਔਰ ਕਈ ਵਾਰੀ ਅਸੀਂ ਹੁਣ ਭਾਈਵਾਲ ਰਹਿੰਦੇ ਹਾਂ, ਅਸੀਂ ਆਪਣੇ ਹਿਸਾਬ ਨਾਲ ਜਿਹੜੀ ਆਪਣੀ ਸੋਚ ਆ, ਸਾਡੀ ਆਪਣਾ ਸਿਧਾਂਤ ਆ, ਉਹਨੂੰ ਉੱਤੇ ਪਹਿਰਾ ਦੇ ਕੇ ਅਸੀਂ ਕੋਸ਼ਿਸ਼ ਕਰਾਂਗੇ ਵੀ ਕਿਸੇ ਤਰ੍ਹਾਂ ਕਿਸਾਨ ਨਾਲ ਧੱਕਾ ਨਾ ਹੋਵੇ, ਪੰਜਾਬ ਨਾਲ ਧੱਕਾ ਨਾ ਹੋਵੇ। ਮਾਰਕੀਟਿੰਗ ਹੈ, ਪ੍ਰਾਈਵੇਟ ਮਾਰਕੀਟਿੰਗ ਹੈ, ਈ ਟ੍ਰੇਡਿੰਗ ਹੈਗੀ ਹੈ, ਸਿੰਗਲ ਵਿੰਡੋ ਜਿਹੜੀ ਹੈਗੀ ਹੈ, ਮਾਰਕੀਟ ਫੀਸ ਕਲੈਕਸ਼ਨ ਹੈ, ਟ੍ਰੇਡਿੰਗ ਲਾਇਸੈਂਸ ਹੈ, ਇਹ ਸਾਰੀਆਂ ਚੀਜ਼ਾਂ ਤਾਂ 2017 'ਚ ਤੁਸੀਂ ਐਕਸੈਪਟ ਕਰਤੀਆਂ। ਮੇਰੇ ਖਿਆਲ ਇਹਨਾਂ ਦੀ ਆਪਣੀ ਸਰਕਾਰ ਨੇ ਇਹਨਾਂ ਨੂੰ ਦੱਸਿਆ ਹੀ ਨਹੀਂ ਵੀ ਅਸੀਂ ਕੀ ਕੁਛ ਕਰ ਦਿੱਤਾ। ਆਪਣਾ ਵੀ ਤਾਂ ਦੇਖ ਲੈਂਦਾ ਕਿ ਫਰਕ ਰਹਿ ਕੀ ਗਿਆ। ਇਹ ਸਾਰੀਆਂ ਚੀਜ਼ਾਂ ਹੀ ਤਾਂ ਪੰਜਾਬ ਦੀ ਸਰਕਾਰ 2017 ਦੇ ਵਿੱਚ ਜਿਹੜਾ ਉਸ ਵੇਲੇ ਇਹ ਮਾਡਲ ਐਕਟ ਜਿਹੜਾ ਇਹਨਾਂ ਨੇ ਅਡਾਪਟ ਕੀਤਾ ਉਹਦੇ ਵਿੱਚ ਸਾਰੀਆਂ ਚੀਜ਼ਾਂ ਤਾਂ ਐਕਸੈਪਟ ਕਰ ਗਏ, ਲਾਗੂ ਵੀ ਹੋ ਗਈਆਂ। ਇੱਕ ਗੱਲ ਤਾਂ ਕਲੀਅਰ ਹੈ ਨਾ ਵੀ ਇਸ ਮੁਲਕ ਦੇ ਵਿੱਚ ਜੇ ਕਿਸੇ ਸੂਬਿਆਂ ਦੇ ਅਧਿਕਾਰ ਖੇਤਰ ਖੋਹਣ ਦੀ ਗੱਲ ਕੀਤੀ ਆ ਜਾਂ ਅਧਿਕਾਰਾਂ 'ਤੇ ਛਾਪਾ ਮਾਰਨ ਦੀ ਗੱਲ ਕੀਤੀ ਆ ਤਾਂ ਸਭ ਤੋਂ ਵੱਡੇ ਚੈਂਪੀਅਨ ਤਾਂ ਕਾਂਗਰਸੀ ਸਰਕਾਰਾਂ ਹੀ ਨੇ। ਇਸੇ ਕਰਕੇ ਅਸੀਂ ਕਹਿੰਦੇ ਹਾਂ ਵੀ ਕਾਂਗਰਸੀਆਂ ਨੂੰ ਬੋਲਣ ਦਾ ਹੱਕ ਨਹੀਂ। ਦੇਖੋ ਮੈਂ ਤੁਹਾਨੂੰ ਦੱਸਿਆ ਵੀ ਬਦਲਦੀਆਂ ਹਾਲਤਾਂ 'ਚ ਕਈ ਵਾਰੀ ਸਰਕਾਰਾਂ ਆਪਣੇ ਹਿਸਾਬ ਨਾਲ ਨੈਸ਼ਨਲ ਇੰਟਰਨੈਸ਼ਨਲ ਸਿਚੁਏਸ਼ਨ ਦੇ ਮੁਤਾਬਕ ਫੈਸਲੇ ਲੈਂਦੀਆਂ ਨੇ, ਪਰ ਜਿੱਥੇ ਤੱਕ ਸੰਘੀ ਢਾਂਚੇ ਦੀ ਗੱਲ ਆ, ਫੈਡਰਲਿਜ਼ਮ ਦੀ ਗੱਲ ਆ, ਉਹਦੇ 'ਤੇ ਅਕਾਲੀ ਦਲ ਦਾ ਜਿਹੜਾ ਸਟੈਂਡ ਆ ਉਹਨੂੰ ਡਿਲੂਟ ਹੋ ਸਕਦਾ। ਸ਼੍ਰੋਮਣੀ ਅਕਾਲੀ ਦਲ ਦੀ ਪਹਿਚਾਣ ਹੀ ਇਸ ਮੁਲਕ ਦੇ ਵਿੱਚ ਕਿਸਾਨਾਂ ਦੇ ਪਹਿਰੇਦਾਰ, ਧਰਮ ਤੇ ਰਾਜਨੀਤੀ ਦੇ ਸੁਮੇਲ ਦੇ ਪਹਿਰੇਦਾਰ, ਔਰ ਫੈਡਰਲਿਜ਼ਮ ਦੇ ਪਹਿਰੇਦਾਰ, ਔਰ ਖ਼ਾਸ ਤੌਰ 'ਤੇ ਪੰਜਾਬੀਆਂ ਦੇ ਹੱਕਾਂ ਦੇ ਲੰਬੜਦਾਰ, ਇਹ ਚਾਰ ਗੱਲਾਂ 'ਤੇ ਆਧਾਰਿਤ ਅਕਾਲੀ ਦਲ ਦੀ ਪਹਿਚਾਣ ਇਸ ਮੁਲਕ ਦੇ ਵਿੱਚ ਤੇ ਪੋਲੀਟੀਕਲ ਗਲਿਆਰਿਆਂ 'ਚ ਬਣੀ ਹੋਈ ਆ। ਅਕਾਲੀ ਦਲ ਇਹ ਚਾਰੇ ਗੱਲਾਂ 'ਤੇ ਕਾਇਮ ਰਹੇਗਾ। ਜਿਹੜੇ ਸਿੱਖ ਕਿਸਾਨ ਪਰਿਵਾਰ ਆ ਉਹਨਾਂ ਦੇ ਸਿੱਖ ਸੰਗਠਨ ਦੇ ਪ੍ਰਧਾਨ ਜਸਵੀਰ ਸਿੰਘ ਵਿਰਕ ਦਾ ਟੈਲੀਫੋਨ ਵੀ ਆਇਆ ਸੀ, ਲੈਟਰ ਵੀ ਆਇਆ ਸੀ, ਔਰ ਉਹ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਵਿੱਚ ਅਸੀਂ ਵਿਚਾਰਿਆ ਸੀ ਔਰ ਫੈਸਲਾ ਕੀਤਾ ਪਾਰਟੀ ਨੇ। ਪਹਿਲੀ ਗੱਲ ਤਾਂ ਇਹ ਆ ਵੀ ਕਿਸੇ ਵੀ ਕੀਮਤ 'ਤੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਸਿੱਖ ਕਿਸਾਨ ਪਰਿਵਾਰਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਤੋਂ ਉੱਜੜ ਨਹੀਂ ਦਿੱਤਾ ਜਾਏਗਾ। ਉਹਨਾਂ ਦੀਆਂ ਕਾਬਜ਼ ਜ਼ਮੀਨਾਂ ਤੋਂ ਉਹਨਾਂ ਦਾ ਉਜਾੜਾ ਨਹੀਂ ਹੋਣ ਦਿੱਤਾ ਜਾਏਗਾ। ਮੁੱਖ ਮੰਤਰੀ ਸ਼੍ਰੀ ਨਿਤਿਨ ਯੋਗੀ ਜੀ ਨੂੰ ਪਾਰਟੀ ਵੱਲੋਂ ਅਸੀਂ ਪੱਤਰ ਲਿਖ ਕੇ ਵੀ ਉਹਨਾਂ ਦੀ ਸਾਰੀ ਸਥਿਤੀ ਤੋਂ ਜਾਣੂ ਕਰਾਇਆ। ਟੈਲੀਫੋਨ 'ਤੇ ਵੀ ਮੇਰੀ ਉਹਨਾਂ ਨਾਲ ਗੱਲ ਹੋਈ ਸੀ, ਔਰ ਪਾਰਟੀ ਦੀ ਕੋਰ ਕਮੇਟੀ ਵਿੱਚ ਸਾਡੀ ਇੱਕ ਉੱਚ ਪੱਧਰੀ ਡੈਲੀਗੇਸ਼ਨ ਮੁੱਖ ਮੰਤਰੀ ਉੱਤਰ ਪ੍ਰਦੇਸ਼ ਨੂੰ ਮਿਲ ਕੇ ਜਾਣ ਦਾ ਫੈਸਲਾ ਕੀਤਾ। ਉਹਦੇ 'ਚ ਮੇਰਾ ਨਾਂ ਭੁੰਦੜ ਸਾਹਿਬ ਦਾ ਤੇ ਨਰੇਸ਼ ਗੁਜਰਾਲ ਜੀ ਦਾ। ਅਸੀਂ ਸਮਾਂ ਮੰਗਿਆ, ਉਹਨਾਂ ਨੇ ਅਗਲੇ ਹਫ਼ਤੇ ਕਿਹਾ ਵੀ ਅਸੀਂ ਅਗਲੇ ਹਫ਼ਤੇ ਤੁਹਾਨੂੰ ਸਮਾਂ ਦੇਵਾਂਗੇ। ਕਰੋਨਾ ਦੀ
महामारी ਨਾਲ ਜੂਝਣ ਕਰਕੇ ਗਾਈਡਲਾਈਨਸ ਕਰਕੇ ਅਜੇ ਡੈਪੂਟੇਸ਼ਨ ਮਿਲਨੇ ਬੰਦ ਕੀਤੇ ਹੋਏ ਨੇ। ਪਰ ਜਦੋਂ ਵੀ ਉਹਨਾਂ ਨੇ ਸਮਾਂ ਦਿੱਤਾ ਅਸੀਂ ਮਿਲ ਕੇ ਵੀ ਸਥਿਤੀ ਤੋਂ ਜਾਣੂ ਕਰਾਵਾਂਗੇ ਔਰ ਲੋੜ ਪਈ ਤਾਂ ਭਾਰਤ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਤੱਕ ਵੀ ਪਹੁੰਚ ਕਰਾਂਗੇ, ਕਿਉਂਕਿ ਇਹ ਇੱਕ ਬਹੁਤ ਵੱਡਾ ਨਿਆਂ ਹੈ, ਬਹੁਤ ਵੱਡੀ ਬੇਇਨਸਾਫੀ ਹੋਏਗੀ। 70 ਸਾਲਾਂ ਤੋਂ ਬੈਠੇ ਲੋਕਾਂ ਨੂੰ ਉਹਨਾਂ ਦੇ ਜ਼ਮੀਨਾਂ ਤੋਂ ਉਠਾਉਣਾ। ਦੇਸ਼ ਦੇ ਬਟਵਾਰੇ ਸਮੇਂ ਇਹ ਲੋਕ 1948-51 ਦੇ ਵਿੱਚ ਉੱਥੇ ਆ ਕੇ ਬੈਠੇ। ਖਾਸ ਤੌਰ ਤੇ ਆ ਬਿਜਨੌਰ ਦੀ ਨਗੀਨਾ ਤਹਿਸੀਲ ਆ, ਪਿੰਡ ਚੰਪਤਪੁਰ, ਨਗੀਨਾ ਤਹਿਸੀਲ ਚੰਪਤਪੁਰ ਪਿੰਡ ਬਿਜਨੌਰ ਦਾ, ਤੇ ਜ਼ਮੀਨਾਂ ਉੱਥੇ ਲਾਟ ਕਰਤੀਆਂ, ਪਟੇ ਬਣਾਤੇ। 70 ਸਮਝੋ 48-51 ਤੋਂ ਰਹਿ ਰਹੇ ਨੇ ਉੱਥੇ। ਹੁਣ ਅਚਾਨਕ ਜੰਗਲਾਤ ਮਹਿਕਮੇ ਵੱਲੋਂ ਉਹਨਾਂ ਨੂੰ ਉਠਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਔਰ ਇਸੇ ਤਰ੍ਹਾਂ ਲਖੀਮਪੁਰ ਖੇਰੀ ਤਹਿਸੀਲ ਦਾ ਪਿੰਡ ਲਖੀਮਪੁਰ ਜ਼ਿਲ੍ਹਾ ਹੈ, ਨਿਗਾਸਨ ਤਹਿਸੀਲ, ਰਾਮਨਗਰ ਪਿੰਡ ਆ, ਉੱਥੇ ਦੇ 250-300 ਪਰਿਵਾਰ ਤੇ ਨਾਲ ਲੱਗਦੇ ਰਾਮਪੁਰ ਜ਼ਿਲ੍ਹੇ ਦੇ ਵਿੱਚੋਂ ਤਕਰੀਬਨ 15 ਪਿੰਡਾਂ ਦੇ ਪਰਿਵਾਰ, ਉਹਨਾਂ ਨੂੰ ਵੀ ਉੱਤਰ ਪ੍ਰਦੇਸ਼ ਸਰਕਾਰ ਦਾ ਜਿਹੜਾ ਵਣ ਵਿਭਾਗ ਆ ਉਹ ਕਹਿੰਦੇ ਉੱਥੇ ਅਸੀਂ ਕੈਂਪ ਬਣਾਉਣਾ ਆਰਮਡ ਫੋਰਸ ਦਾ। ਇਹ ਜ਼ਮੀਨ ਇਹਨਾਂ ਨੇ ਕੁਛ ਤਾਂ ਖਰੀਦੀ ਸੀ, ਕੁਛ ਵਣ ਵਿਭਾਗ ਨੇ ਅਲਾਟ ਕੀਤੀ ਸੀ। ਇੱਕ ਵਿਕਰਮ ਸ਼ਾਹ ਸੀ, ਉਹਦੇ ਤੋਂ ਖਰੀਦੀ ਸੀ ਜ਼ਮੀਨ ਇਹ, ਤੇ ਇੰਤਕਾਲ ਨਾ ਹੋ ਸਕੇ। 1966 ਦੇ ਵਿੱਚ ਜਦੋਂ ਸੀਲਿੰਗ ਐਕਟ ਲੱਗਿਆ ਤਾਂ ਉਹਨੇ ਇਹਨੂੰ ਸਰਪਲਸ ਜ਼ਮੀਨ ਦੀ ਪਾਤਾ। ਸਰਕਾਰ ਨੇ ਉਹਨੂੰ ਫੋਰੈਸਟ ਡਿਪਾਰਟਮੈਂਟ ਨੂੰ ਅਲਾਟ ਕਰਤੀ, ਨਾ ਕਰਤੀ। 1980 ਦੀ ਜਿਹੜੀ ਚੱਕਬੰਦੀ ਹੋਈ ਉਹਦੇ 'ਚ ਇਹਨਾਂ ਨੂੰ ਜਿਹੜਾ ਆਪਣਾ ਲੋਕਾਂ ਨੂੰ ਕਿੱਲਾ ਬੰਦੇ ਖਾਤੇ ਵੀ ਬੰਨ੍ਹਤੇ ਇਹਨਾਂ ਦੇ, ਜਾਣੀ ਸ਼ੂਗਰ ਮਿੱਲਾਂ ਦੇ ਸ਼ੇਅਰ ਹੋਲਡਰ ਵੀ ਇਹ ਬਣ ਗਏ। ਪਿੰਡਾਂ 'ਚ ਸੜਕਾਂ ਬਣਾਤੀਆਂ, ਪਾਣੀ ਦੀਆਂ ਟੈਂਕੀਆਂ ਲਾਤੀਆਂ, ਟਿਊਬਵੈੱਲਾਂ ਦੇ ਕਨੈਕਸ਼ਨ ਦੇਤੇ, ਸਰਕਾਰ ਦੀਆਂ ਸਾਰੀਆਂ ਸਹੂਲਤਾਂ ਇਹਨਾਂ ਨੂੰ ਦਿੱਤੀਆਂ, ਘਰ ਬਣਾ ਲਏ ਇਹਨਾਂ ਨੇ, ਬਿਜਲੀ ਕਨੈਕਸ਼ਨ ਲਾਤੇ। ਤੇ ਹੁਣ ਜਿਹੜੇ 15 ਪਿੰਡ ਸੀ ਉਹ ਰਾਮਪੁਰ ਦਾ ਮਹਾਰਾਜਾ ਹੁੰਦਾ ਸੀ, ਉਹਨੇ ਅਲਾਟ ਕੀਤੀ ਸੀ ਇਹ ਜ਼ਮੀਨਾਂ, ਉਹਨਾਂ ਨੂੰ ਦਿੱਤੀਆਂ ਸੀ। ਇਹ ਵੀ ਉਦੋਂ ਦੀਆਂ ਕੀਤੀਆਂ ਵੀ ਤੋੜ ਲਓ ਤੁਸੀਂ, ਜ਼ਮੀਨਾਂ ਆਬਾਦ ਕਰ ਲਓ, ਤੁਸੀਂ ਮਾਲਕ ਹੋ। ਜਿੰਨਾ ਕੋਈ ਤੋੜ ਲੇਗਾ ਉਨਾ ਹੀ ਮਾਲਕ ਹੋ ਜਾਏਗਾ ਉਨੀ ਜ਼ਮੀਨ ਦਾ। ਤੇ ਹੁਣ ਅਚਾਨਕ ਉੱਥੇ ਕਹਿੰਦੇ ਜੀ ਅਸੀਂ ਇਹ ਆਰਮਡ ਫੋਰਸ ਦਾ ਕੈਂਪ ਬਣਾਉਣਾ, ਤੇ ਉੱਥੇ ਲੈ ਕੇ JCB ਮਸ਼ੀਨਾਂ ਲੈ ਕੇ ਲੋਕਾਂ ਨੇ ਰੌਲਾ ਪਾਇਆ, ਉੱਥੇ ਬਹੁਤ ਵੱਡਾ ਹੰਗਾਮਾ ਹੋਇਆ। ਫਿਰ ਉਹ ਮਹਿਕਮੇ ਵਾਲੇ ਵਾਪਸ ਆਏ। ਤੀਜਾ ਕੇਸ ਹੈ ਨਾਨਕ ਸਾਗਰ ਡੈਮ, ਗੁਰਦੁਆਰਾ ਨਾਨਕ ਮੱਤਾ ਸਾਹਿਬ ਦੇ ਨਾਲ ਆ, ਨੇਪਾਲ ਬਾਰਡਰ 'ਤੇ। ਉੱਥੇ 3000 ਏਕੜ ਜ਼ਮੀਨ ਅਕਵਾਇਰ ਕੀਤੀ, ਤੇ ਜ਼ਮੀਨ ਅਕਵਾਇਰ ਕਰਕੇ ਉਹਨਾਂ ਨੂੰ ਕਹਿਤਾ ਵੀ ਤੁਹਾਨੂੰ ਅਸੀਂ ਇਹਦੇ ਬਦਲੇ ਜ਼ਮੀਨ ਦੇ ਦਿੰਦੇ ਹਾਂ। ਜ਼ਮੀਨ ਦੇਤੀ, ਉਹ ਜ਼ਮੀਨ ਸੀ ਜੰਗਲਾਤ ਮਹਿਕਮੇ ਦੀ। ਕੁਦਰਤੀ ਫਲੱਡ ਆ ਗਿਆ ਤੇ ਲੋਕਾਂ ਨੇ ਘਰ ਬਣਾਏ ਸੀ, ਘਰ ਛੱਡ ਕੇ ਉਹ ਬੰਨ੍ਹ ਦੇ ਉੱਤੇ ਆ ਗਏ, ਫਲੱਡ ਆਏ ਬਹੁਤ। ਤੇ ਜਦੋਂ ਪਾਣੀ ਉਤਰ ਗਿਆ, ਦੂਜੇ ਸਾਲ ਗਏ ਤੇ ਵਣ ਵਿਭਾਗ ਨੇ ਬੈਠਣ ਨਹੀਂ ਦਿੱਤੇ। 1988 ਤੋਂ ਲੈ ਕੇ ਉਹ ਦਰ ਧੱਕੇ ਖਾ ਰਹੇ ਆ, ਉਹਨਾਂ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ। 168 ਪਰਿਵਾਰ ਆ। ਸੋ ਕੁੱਲ ਮਿਲਾ ਕੇ ਸਾਡਾ ਕਹਿਣਾ ਆ ਕਿ ਇਹ ਜਾਤੀ ਆ, ਅਨਿਆਂ ਉਹਨਾਂ ਲੋਕਾਂ ਨਾਲ ਜਿਨ੍ਹਾਂ ਨੇ ਦੇਸ਼ ਦੀ ਭੁੱਖਮਰੀ ਦੂਰ ਕਰਨ ਦੇ ਵਿੱਚ ਔਰ ਦੇਸ਼ ਨੂੰ ਅੰਨ ਦੇ ਵਿੱਚ ਆਤਮ ਨਿਰਭਰ ਕਰਨ ਦੇ ਵਿੱਚ ਅਹਿਮ ਰੋਲ ਅਦਾ ਕੀਤਾ, ਉਹਨਾਂ ਲੋਕਾਂ ਨਾਲ ਨਿਆਂ ਤੇ ਧੱਕਾ, ਔਰ ਖ਼ਾਸ ਤੌਰ 'ਤੇ ਉਹਨਾਂ ਲੋਕਾਂ ਨਾਲ ਧੱਕਾ ਜਿਨ੍ਹਾਂ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਦੇ ਵਿੱਚ ਕਾਲੇ ਪਾਣੀਆਂ ਦੇ ਤਸੀਹੇ ਝੱਲੇ, ਜੇਲ੍ਹਾਂ ਕੱਟੀਆਂ, ਜਾਇਦਾਦਾਂ ਕੁਰ ਕਰਵਾਈਆਂ,
ਉਜਾੜੇ ਬਰਬਾਦੀਆਂ ਝੱਲ ਕੇ ਇਸ ਦੇਸ਼ ਨਾਲ ਆਪਣੀ ਕਿਸਮਤ ਨੂੰ ਜੋੜਿਆ, ਉਹ ਲੋਕਾਂ ਨੂੰ ਵੀ ਇੱਥੇ ਇਨਸਾਫ ਨਹੀਂ ਦਿੱਤਾ ਜਾ ਰਿਹਾ, ਬਲਕਿ ਅਨਿਆਂ ਕੀਤਾ ਜਾ ਰਿਹਾ। ਜਿਨ੍ਹਾਂ ਨੇ ਬੇਆਬਾਦ ਪਈਆਂ ਜ਼ਮੀਨਾਂ ਨੂੰ ਆਬਾਦ ਕੀਤਾ, ਜੰਗਲ ਤੋੜੇ। ਸੋ ਚਾਹੀਦਾ ਤਾਂ ਸੀ ਉਹਨਾਂ ਨੂੰ ਸਨਮਾਨ ਕਰਨਾ, ਬਲਕਿ ਉਹਨਾਂ ਨੂੰ ਮਾਲਕੀ ਦੇ ਹੱਕ ਖੋ ਕੇ ਉਹਨਾਂ ਜ਼ਮੀਨਾਂ ਤੋਂ ਵੀ ਉਜਾੜ ਕੇ, ਜਾਣੀ ਇੱਕ ਕਿਸਮ ਦੇ ਬੇਗਾਨੇਪਨ ਦੀ ਭਾਵਨਾ ਪੈਦਾ ਕੀਤੀ ਜਾ ਰਹੀ ਹੈ, ਜਿਹੜੀ ਸਰਾਸਰ ਗਲਤ ਆ। ਸ਼੍ਰੋਮਣੀ ਅਕਾਲੀ ਦਲ ਜਿੱਥੇ ਸਰਬੱਤ ਦੇ ਭਲੇ ਦੇ ਵਿੱਚ ਵਿਸ਼ਵਾਸ ਰੱਖਦਾ, ਸ਼੍ਰੋਮਣੀ ਅਕਾਲੀ ਦਲ ਜਿੱਥੇ ਮਿਹਨਤਕਸ਼ ਕਿਰਤੀ ਮਜ਼ਦੂਰ ਕਾਮਿਆਂ ਦੀ ਆਵਾਜ਼ ਆ, ਉੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਗੱਲ ਦਾ ਮਾਣ ਆ ਕਿ ਆਜ਼ਾਦ ਭਾਰਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇਸ ਦੇਸ਼ ਦੇ ਵਿਕਾਸ ਵਿੱਚ ਅਹਿਮ ਰੋਲ ਅਦਾ ਕਰਨ ਦੇ ਵਿੱਚ ਅਗਵਾਈ ਕੀਤੀ, ਔਰ ਖਾਸ ਤੌਰ ਤੇ ਮਾਨਵੀ ਹੱਕਾਂ ਲਈ ਐਮਰਜੈਂਸੀ ਦੇ ਸਮੇਂ ਮੋਹਰਲੀ ਕਤਾਰ ਵਿੱਚ ਸੰਘਰਸ਼ ਲੜ ਕੇ ਆਪਣੀ ਪਹਿਚਾਣ ਬਣਾਈ। ਸੋ ਅੱਜ ਜੇ ਕਿਸੇ ਕਿਸਮ ਦੇ ਮਾਨਵੀ ਹੱਕਾਂ ਤੇ ਕਿਸੇ ਕਿਸਮ ਦੇ ਲੋਕਾਂ ਦਾ ਬੇਇਨਸਾਫੀ ਤੇ ਨਿਆਂ ਸਾਡੇ ਲੋਕਾਂ ਨਾਲ ਹੋਏਗਾ ਤਾਂ ਅਕਾਲੀ ਦਲ ਕਿਸੇ ਵੀ ਕੀਮਤ ਤੇ ਚੁੱਪ ਕਰਕੇ ਨਹੀਂ ਬੈਠ ਸਕਦਾ। ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਫੈਸਲਾ ਕੀਤਾ ਕਿ ਪ੍ਰਭਾਵਿਤ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਉਹਨਾਂ ਨਾਲ ਹੋ ਰਹੇ ਸਰਕਾਰੀ ਮਹਿਕਮਿਆਂ ਦੇ ਅਫਸਰਸ਼ਾਹੀ ਵੱਲੋਂ ਕਾਗਜ਼ੀ ਪੱਤਰਾਂ ਦਾ ਬਹਾਨਾ ਲਾ ਕੇ ਅਨਿਆਂ ਕਰਨ ਦੀ ਜਿਹੜੀ ਕੋਸ਼ਿਸ਼ ਆ, ਉਹਨੂੰ ਰੋਕਿਆ ਜਾਵੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ। ਇਸੇ ਲਈ ਅਸੀਂ ਮੁੱਖ ਮੰਤਰੀ ਉੱਤਰ ਪ੍ਰਦੇਸ਼ ਨੂੰ ਚਿੱਠੀ ਵੀ ਲਿਖੀ ਆ, ਟੈਲੀਫੋਨ ਤੇ ਵੀ ਸੰਪਰਕ ਕੀਤਾ ਤੇ ਸਮਾਂ ਵੀ ਮੰਗਿਆ, ਔਰ ਸਮਾਂ ਲੈ ਕੇ ਜਿਹੜੇ ਉੱਥੋਂ ਦੇ ਸੰਗਠਨ ਨੇ, ਪੰਜਾਬੀ ਸੰਗਠਨ, ਸਿੱਖ ਸੰਗਠਨ ਔਰ ਹੋਰ ਬਹੁਤ ਸਾਰੀਆਂ ਮਾਨਵੀ ਸੰਗਠਨ ਜਿਹੜੇ ਨੇ, ਉਹਨਾਂ ਸਾਰਿਆਂ ਦੇ ਟੈਲੀਫੋਨ, ਉਹਨਾਂ ਸਾਰਿਆਂ ਦੀ ਪਹੁੰਚ ਸ਼੍ਰੋਮਣੀ ਅਕਾਲੀ ਦਲ ਨਾਲ ਹੋ ਰਹੀ ਆ। ਔਰ ਅਸੀਂ ਜਲਦੀ ਹੀ ਜਦੋਂ ਸਮਾਂ ਉੱਥੋਂ ਦੇ ਮੁੱਖ ਮੰਤਰੀ ਨੇ ਦਿੱਤਾ, ਉਹਨਾਂ ਨੂੰ ਮਿਲ ਕੇ ਸਾਰੀ ਸਿਚੁਏਸ਼ਨ ਤੋਂ ਜਾਣੂ ਕਰਾ ਕੇ ਇਨਸਾਫ ਲੈ ਕੇ ਦੇਵਾਂਗੇ। ਔਰ ਜੇ ਫੇਰ ਵੀ ਲੋੜ ਪਈ ਤਾਂ ਮਾਨਯੋਗ ਗ੍ਰਹਿ ਮੰਤਰੀ ਭਾਰਤ ਸਰਕਾਰ ਤੱਕ ਵੀ ਪਹੁੰਚ ਕਰਾਂਗੇ। ਇਹ 250-300 ਪਰਿਵਾਰ ਤਾਂ ਹੈ ਰਾਮਨਗਰ ਦੇ ਵਿੱਚ ਤੇ 15 ਪਿੰਡ ਅਲੱਗ ਨੇ। ਇਹ ਇਹਨਾਂ ਦਾ ਇੱਕੋ ਕੇਸ ਆ, ਜਿਹੜੇ ਆਪਣੇ ਹੈ ਲਖੀਮਪੁਰ ਔਰ ਰਾਮਪੁਰ, 2 ਜ਼ਿਲ੍ਹਿਆਂ ਦੇ ਕੇਸ ਇੱਕੋ ਆ। ਇਹ ਕੋਈ 600-700 ਪਰਿਵਾਰ ਬਣ ਜਾਂਦਾ ਟੋਟਲ। ਹਾਂ, ਤੇ 168 ਪਰਿਵਾਰ ਬਣ ਜਾਂਦਾ ਜਿਹੜਾ ਨਾਨਕ ਸਾਗਰ ਡੈਮ ਵਾਲਾ। ਤੇ ਜਿਹੜੇ ਨੇ ਚੰਪਤਪੁਰ ਵਾਲੇ ਬਿਜਨੌਰ ਦੇ ਵਿੱਚ, ਇਹਨਾਂ ਦਾ ਵੀ ਕੋਈ ਕਮ ਸੇ ਕਮ ਮੇਰਾ ਖਿਆਲ ਆ ਵੀ 150 ਦੇ ਕਰੀਬ ਪਰਿਵਾਰ ਇਹ ਬਣਦਾ। ਅਜੇ ਪੈਂਡਿੰਗ ਹੈ ਉਹ ਵੀ ਕੋਰਟ 'ਚ। ਇਹਨਾਂ ਦਾ 2 ਹਿੱਸੇ ਨੇ। ਇੱਕ ਤਾਂ ਜਿਹੜੇ ਰਾਮਪੁਰ ਜ਼ਿਲ੍ਹੇ ਦੇ ਨੇ, ਇਹ ਤਾਂ 15 ਪਿੰਡ ਜਿਹੜੇ ਨੇ, ਇਹਨਾਂ ਦੇ ਹੱਕ 'ਚ ਹੋ ਗਿਆ ਸੀ ਇੱਕ ਕਿਸਮ ਦਾ ਫੈਸਲਾ, ਹਾਈ ਕੋਰਟ ਨੇ ਕਰਤਾ ਸੀ, ਰੈਵਨਿਊ ਡਿਪਾਰਟਮੈਂਟ ਕੋਲ ਭੇਜਤਾ। ਉਹ ਵਿਚਾਰ ਅਧੀਨ ਆ। ਹਾਈ ਕੋਰਟ ਨੇ ਰੈਵਨਿਊ ਡਿਪਾਰਟਮੈਂਟ ਨੂੰ ਕਹਿਤਾ 15 ਪਿੰਡਾਂ ਦਾ ਮਾਮਲਾ ਵੀ ਤੁਸੀਂ ਵਿਚਾਰੋ। ਅਜੇ ਰੈਵਨਿਊ ਡਿਪਾਰਟਮੈਂਟ ਵਿਚਾਰ ਰਿਹਾ ਤੇ ਇੰਨਾ ਕਾਹਲਾ ਪੈ ਗਿਆ ਜੰਗਲਾਤ ਵਿਭਾਗ, ਉਹਨਾਂ ਨੇ JCB ਮਸ਼ੀਨਾਂ ਚੱਕ ਕੇ ਉੱਥੇ ਖਾਈ ਪੱਟਣੀ ਸ਼ੁਰੂ ਕਰਤੀ। ਮਤਲਬ ਵਿਚਾਰ ਅਧੀਨ ਫੈਸਲੇ ਤੇ। ਜਿੱਥੇ ਹੈਗਾ ਇਹ ਨਾਨਕ ਸਾਗਰ ਡੈਮ ਦਾ ਮਾਮਲਾ,
ਇਹ ਮਾਮਲਾ ਕੋਈ ਕਾਨੂੰਨੀ ਕਿਸੇ ਅਦਾਲਤ ਵਿੱਚ ਨਹੀਂ ਹੈ, ਪਰ ਇੱਕ ਇਨਸਾਫ ਦੇ ਤੌਰ ਤੇ ਮਤਲਬ ਇੱਕ ਕਿਸਮ ਦਾ ਮਤਲਬ ਬਿਲਕੁਲ ਲਾਰਾ ਲਾ ਕੇ ਧੱਕਾ ਕੀਤਾ। ਇਹ ਹੋਣ ਵਾਲੀ ਸਰਕਾਰ ਤਾਂ ਨਹੀਂ ਇਹਦੇ 'ਚ, ਇਹ ਤਾਂ 1964 ਦੇ ਵਿੱਚ, ਇਹ 1964 ਦੇ ਵਿੱਚ ਅਕਵਾਇਰ ਹੋਈ ਸੀ। ਉਸ ਸਮੇਂ ਦੀ ਸਰਕਾਰ ਨੇ ਧੋਖੇਬਾਜ਼ੀ ਕਹਿ ਲਓ, ਇੱਕ ਕਿਸਮ ਦਾ ਦਗਾ ਹੀ ਕਹਿ ਸਕਦਾ ਮੈਂ, ਵੀ ਦਗਾ ਹੀ ਕੀਤਾ, ਲਾਲਚ ਦੇ ਕੇ ਵੀ ਤੁਸੀਂ ਆਹ ਥਾਂ ਛੱਡ ਦਿਓ, ਆਪਣਾ ਡੈਮ ਬਣਾਉਣਾ, ਤੁਹਾਨੂੰ ਇੱਥੇ ਬਿਠਾ ਦਿੰਦੇ ਆ। ਇਹ ਜਿਹੜੇ ਰਜਿਸਟਰੀਆਂ ਸਾਰੀਆਂ, ਜਿਹੜਾ ਦੂਜਾ ਹੈਗਾ ਲਖੀਮਪੁਰ ਵਾਲਾ, ਲਖੀਮਪੁਰ ਵਾਲੇ ਦੀਆਂ ਤਾਂ ਰਜਿਸਟਰੀਆਂ ਹੋਈਆਂ, ਜ਼ਮੀਨ ਮੁੱਲ ਲਈ ਆ, ਪਰ ਉਹ ਕੁਦਰਤੀ ਇੰਤਕਾਲ ਨਹੀਂ ਕਰਾਇਆ ਗਿਆ। ਇੰਤਕਾਲ ਦੇ ਕਾਗਜ਼ਾਂ 'ਚ ਬਿਕਰਮ ਸ਼ਾਹ ਦੇ ਨਾਂ ਤੇ ਜ਼ਮੀਨ ਬੋਲਦੀ ਰਹੀ। ਉਹ ਜਦੋਂ ਉਹਨੇ ਸਰਪਲਸ ਡਿਕਲੇਅਰ ਕੀਤੀ ਤਾਂ ਉਹਨੇ ਆਪਣਾ ਉਹ ਏਰੀਆ ਦੇਤਾ ਵੀ ਵਾਧੂ ਪਿਆ। ਤੇ ਜਿਹੜੇ ਆਪਾਂ ਕਾਨੂੰਨ ਜਾਣਦੇ ਆ ਨਾ, ਰੈਵਨਿਊ ਰਿਕਾਰਡ, ਉਹ ਇਸ ਤਰ੍ਹਾਂ ਕਰਦੇ ਆ ਵੀ ਜਿੰਨੀ ਦੇਰ ਇੰਤਕਾਲ ਨਾ ਹੋਵੇ ਉਨੀ ਦੇਰ ਤੁਹਾਡੇ ਨਾਂ ਤੇ ਨਹੀਂ ਜ਼ਮੀਨ ਬੋਲਦੀ, ਬਦਲਦੀ ਨਹੀਂ, ਉਹਦੇ ਨਾਂ ਤੇ ਚਲੀ ਜਾਂਦੀ ਆ। ਉਹਦਾ ਫਾਇਦਾ ਉਠਾ ਕੇ ਉਹਨੇ ਜਿਹੜੀ ਉਹਦੀ ਸਰਪਲਸ ਜ਼ਮੀਨ ਨਿਕਲੀ ਉਹਨੇ ਉਹ ਦੇਤੀ। ਸਰਕਾਰ ਨੇ ਅੱਗੇ ਉਹ ਵਣ ਵਿਭਾਗ ਨੂੰ ਅਲਾਟ ਕਰਤੀ। ਲੋਕਾਂ ਨੇ ਰੌਲਾ ਪਾਇਆ, ਉੱਥੇ ਸਾਰਿਆਂ ਨੇ ਉਹ ਆਪਣਾ ਕਾਫੀ ਲੋਕ ਗਏ। ਤੇ 1980 ਦੇ ਵਿੱਚ ਮੁਲਾਇਮ ਸਿੰਘ ਦੇ ਸਮੇਂ ਮਤਲਬ ਇਹ ਫਿਰ ਇਹਨਾਂ ਦੇ ਉਹ ਚੱਕ ਬੰਨੀ ਕੀ ਆ ਉਹ ਹੈ ਖਾਤਾ ਬੰਨਾ ਬਣਾਤਾ। ਖਾਤਾ ਬੰਨਾ ਬਣਾਉਣ ਤੋਂ ਬਾਅਦ ਉਹਨਾਂ ਦੇ ਸ਼ੇਅਰ ਹੋਲਡਰ ਬਣਾਤੇ ਉਹ ਮਿੱਲਾਂ 'ਚ, ਉਹਨਾਂ ਦੇ ਪਿੰਡਾਂ ਸੜਕਾਂ ਬਣਾਤੀਆਂ, ਬਿਜਲੀ ਕਨੈਕਸ਼ਨ, ਟਿਊਬਵੈਲ, ਸਾਰਾ ਕੁਝ ਕਰਤਾ, ਜਾਨੀ ਮਾਲਕ ਬਣਾਤੇ ਪੂਰੇ। ਹੁਣ ਆਣ ਕੇ ਅਚਾਨਕ ਉਹ ਉਹਨਾਂ ਦੇ ਜ਼ਮੀਨਾਂ ਤੇ ਕਬਜ਼ਾ ਸ਼ੁਰੂ ਕਰਤਾ। ਟੋਟਲ ਗਵਰਨਮੈਂਟ ਵੱਲੋਂ ਸਾਰੇ ਬੈਨੀਫਿਟ ਦਿੱਤੇ ਗਏ, ਸਾਰੀਆਂ ਸਹੂਲਤਾਂ। ਜਦੋਂ ਸ਼ੇਅਰ ਹੋਲਡਰ ਬਣ ਗਏ, ਮਾਲਕ ਬਣ ਗਏ ਜ਼ਮੀਨਾਂ, ਸ਼ੂਗਰ ਮਿੱਲਾਂ ਦੇ ਵਿੱਚ ਉਹਨਾਂ ਨੂੰ ਸ਼ੇਅਰ ਹੋਲਡਰ ਬਣਾਏ, ਉਸ ਬਣਾਤੇ ਉਹ ਜ਼ਮੀਨਾਂ ਦੇ ਨਾਂ 'ਤੇ। ਫਿਰ ਕਨੈਕਸ਼ਨ ਦਿੱਤੇ, ਪਾਣੀ ਦੇ ਦਿੱਤੇ, ਬਿਜਲੀ ਦੇ ਦਿੱਤੇ, ਸਾਰਾ ਕੁਝ ਮਤਲਬ ਇਸ ਹਿਸਾਬ ਨਾਲ ਇਹ ਟੋਟਲ ਮਤਲਬ ਇੱਕ ਬਹੁਤ ਵੱਡਾ ਨਿਆਂ ਕਹਿ ਸਕਦੇ ਆਪਾਂ ਵੀ ਇੱਕ ਜਿਹੜੀ ਮਤਲਬ ਮਹਿਕਮੇ ਵੱਲੋਂ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ। ਮੁੱਖ ਮੰਤਰੀ ਸਾਹਿਬ ਨੂੰ ਜਦੋਂ ਫੋਨ ਤੇ ਗੱਲ ਹੋਈ ਸੀ, ਉਹਨਾਂ ਨੇ ਕਿਹਾ ਸੀ ਵੀ ਸਾਰੀ ਸਥਿਤੀ ਦਾ ਉਹਨਾਂ ਦੇ ਧਿਆਨ ਵਿੱਚ ਨਹੀਂ, ਉਹਨਾਂ ਨੂੰ ਲਿਆਂਦਾ ਸੀ। ਫਿਰ ਅਸੀਂ ਲਿਖਤੀ ਤੌਰ ਤੇ ਸਾਰੀ ਡਿਟੇਲ ਉਹਨਾਂ ਦੇ ਭੇਜੀ ਆ, ਤੇ ਸਾਨੂੰ ਆਸ ਆ ਵੀ ਇਨਸਾਫ ਮਿਲੇਗਾ। ਸਾਨੂੰ ਇਸ ਗੱਲ ਦਾ ਵਿਸ਼ਵਾਸ ਆ ਕਿ ਦੇਸ਼ ਦੀ ਆਜ਼ਾਦੀ ਦੇ ਵਿੱਚ ਤੇ ਆਜ਼ਾਦੀ ਤੋਂ ਬਾਅਦ ਦੇਸ਼ ਦੇ ਵਿਕਾਸ ਦੇ ਵਿੱਚ ਜਿੰਨਾ ਰੋਲ ਸਿੱਖ ਭਾਈਚਾਰੇ ਦਾ, ਖਾਸ ਤੌਰ ਤੇ ਜਿਹੜੇ ਪਾਕਿਸਤਾਨ ਤੋਂ ਉੱਜੜ ਕੇ ਆਏ ਲੋਕਾਂ ਦਾ, ਉਹਨਾਂ ਦਾ ਦੇਣ ਤਾਂ ਦੇਸ਼ ਦੇ ਹੀ ਨਹੀਂ ਸਕਦਾ। ਤੇ ਅੱਜ ਉਹਨਾਂ ਨਾਲ ਕੋਈ ਇਸ ਤਰ੍ਹਾਂ ਦਾ ਨਿਆਂ ਹੋਵੇ ਤਾਂ ਕੁਦਰਤੀ ਤੌਰ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੇ ਹੱਕ 'ਚ ਖੜੀਏ। ਔਰ ਸ਼੍ਰੋਮਣੀ ਅਕਾਲੀ ਦਲ ਇਸੇ ਕਰਕੇ ਸਾਡਾ ਉੱਚ ਪੱਧਰੀ ਡੈਲੀਗੇਸ਼ਨ ਵੀ ਜਾਏਗਾ ਔਰ ਅਸੀਂ ਇਹਦਾ ਸਖਤ ਨੋਟਿਸ ਲਿਆ। ਨਹੀਂ, ਇਹ ਆਲਮੋਸਟ ਪੰਜਾਬੀ ਨੇ ਜਿਹੜੇ। ਇਹ ਵੀ ਵੈਸੇ ਹੈਰਾਨੀ ਵਾਲੀ ਗੱਲ ਆ, ਜਿਹੜੀਆਂ ਉੱਥੇ ਗ੍ਰਾਮ ਸਭਾ ਜ਼ਮੀਨਾਂ ਨੇ, ਇਹਨਾਂ ਵਿੱਚ ਕੁਝ ਜ਼ਮੀਨਾਂ ਗ੍ਰਾਮ ਸਭਾ ਦੀਆਂ ਵੀ ਨੇ। ਜਿੱਥੇ ਜੰਗਲਾਤ ਮਹਿਕਮੇ ਦੀਆਂ ਉੱਥੇ ਗ੍ਰਾਮ ਸਭਾ ਦੀਆਂ ਵੀ ਨੇ। ਤੇ ਗ੍ਰਾਮ ਸਭਾ ਦਾ ਜਾਂ ਜੰਗਲਾਤ ਮਹਿਕਮੇ ਦਾ ਇੱਕ ਰੂਲ ਆ ਵੀ ਜੇ ਤੁਸੀਂ ਨਵੀਨ ਜੀ ਨੇ ਗੱਲ ਕੀਤੀ ਸੀ ਵੀ ਮਾਲਕੀ ਦੇ ਹੱਕ ਜਾਂ ਰਜਿਸਟਰੀਆਂ ਹੈ ਕਿ ਨਹੀਂ, ਕਾਨੂੰਨ ਇਹ ਕਹਿੰਦਾ ਵੀ ਜਿਹੜੇ 3 ਪੀੜ੍ਹੀਆਂ ਤੋਂ ਕਿਸੇ ਜ਼ਮੀਨ ਤੇ ਕਾਬਜ਼ ਹੋਣ, ਭਾਵੇਂ ਉਹ ਜੰਗਲਾਤ ਮਹਿਕਮੇ ਦੀ ਆ ਭਾਵੇਂ ਗ੍ਰਾਮ ਸਭਾ ਦੀ ਆ, 3 ਪੀੜ੍ਹੀਆਂ ਤੋਂ ਕਾਬਜ਼ ਵਿਅਕਤੀ ਨੂੰ ਮਾਲਕੀ ਦਾ ਹੱਕ ਦਿੱਤਾ ਜਾਂਦਾ। ਇਹ 3 ਪੀੜ੍ਹੀਆਂ ਬਲਕਿ 2 ਪੀੜ੍ਹੀਆਂ ਵਾਲੇ ਨੂੰ ਦਿੱਤਾ ਜਾਂਦਾ, ਇਹ 3 ਪੀੜ੍ਹੀਆਂ ਤੇ ਉੱਥੇ ਕਾਬਜ਼ ਨੇ। ਇਹ ਉਸ ਜਿਹੜਾ ਭਾਰਤ ਦੇ ਵਿਧਾਨ ਮੁਤਾਬਕ ਕਹਿ ਲਓ ਮਾਨਤਾਵਾਂ ਮੁਤਾਬਕ 3 ਪੀੜ੍ਹੀਆਂ ਤੋਂ ਕਾਬਜ਼ ਵਿਅਕਤੀਆਂ ਨੂੰ ਮਾਲਕੀ ਦਾ ਹੱਕ ਮਿਲਦਾ, ਉਹਦੇ 'ਚ ਸਾਰੇ ਆਉਂਦੇ ਨੇ। ਨਹੀਂ, ਇਹ ਤਾਂ ਭਾਰਤ ਦਾ ਹੀ ਆ, ਇਹ ਤਾਂ ਗੌਰਮੈਂਟ ਆਫ ਇੰਡੀਆ ਦਾ ਕਹਿ ਲਓ। ਇਹ ਦੇਸ਼ ਦੀ ਇੱਕ ਮਾਨਤਾਵਾਂ ਬਣੀਆਂ ਹੋਈਆਂ, ਇਹ ਕਾਨੂੰਨ ਤਾਂ ਨਹੀਂ ਹੈ, ਮਾਨਤਾਵਾਂ ਬਣੀਆਂ। ਉਹਦੇ ਨਾਲ ਮਤਲਬ ਕਾਨੂੰਨੀ ਤੌਰ ਤੇ ਮਾਲਕੀ ਦਾ ਹੱਕ ਮਿਲਦਾ, ਪੰਜਾਬ 'ਚ ਵੀ ਮਿਲਦਾ, ਹਰ ਸਟੇਟ 'ਚ ਮਿਲਦਾ। ਅਸੀਂ ਕਹਿੰਦੇ ਉਹਦੇ ਮੁਤਾਬਕ ਹੀ ਮਿਲਦਾ। ਨਾਲੇ 70 ਸਾਲਾਂ ਤੋਂ ਬੈਠੇ ਬੰਦੇ ਜਿਨ੍ਹਾਂ ਨੂੰ ਤੁਸੀਂ ਆਪ ਕਹਿ ਕੇ ਆਬਾਦ ਕਰਾਓ ਜ਼ਮੀਨਾਂ, ਤੇ ਉਹਨਾਂ ਨੂੰ ਫਿਰ ਹੁਣ ਇਸ ਹਿਸਾਬ ਨਾਲ ਕਹੋ ਵੀ ਤੁਸੀਂ ਕੁਝ ਨਹੀਂ ਲੱਗਦੇ, ਉਹ ਫਿਰ ਬਹੁਤ ਵੱਡਾ ਧੱਕਾ। ਤੇ ਇਸ ਕਰਕੇ ਅਸੀਂ ਮਤਲਬ ਪੂਰੀ ਜ਼ਿੰਮੇਵਾਰੀ ਨਾਲ ਕਹਿ ਸਕਦੇ ਹਾਂ ਕਿ ਇਹਨਾਂ ਦਾ ਜਿਹੜੇ ਸਾਡੇ ਸਿੱਖ ਪੀੜਤ ਪਰਿਵਾਰ ਨੇ, ਪੰਜਾਬੀ ਕਿਸਾਨ, ਉਹਨਾਂ ਦਾ ਉਜਾੜਾ ਨਹੀਂ ਹੋਣ ਦੇਵਾਂਗੇ।
ਨਹੀਂ ਇਹਦੇ ਨਾਲ ਤਾਂ ਵੈਸੇ ਆਰਡੀਨੈਂਸ ਦਾ ਕੋਈ ਸੰਬੰਧ ਨਹੀਂ। ਜਾਂ ਗੁਜਰਾਤ ਦਾ ਜਿਹੜਾ ਮਸਲਾ ਸੀ, ਗੁਜਰਾਤ ਦਾ ਜਿਹੜਾ ਕਿਸਾਨਾਂ ਦਾ ਮਸਲਾ ਸੀ, ਉਹ ਕਾਨੂੰਨੀ ਤੌਰ ਤੇ ਚਲਾ ਗਿਆ ਸੀ ਅਦਾਲਤ ਵਿੱਚ। ਅਦਾਲਤ ਦੇ ਜਦੋਂ ਕੇਸ ਚਲਾ ਜਾਵੇ ਤੁਹਾਨੂੰ ਪਤਾ ਫਿਰ ਉਹਦੇ 'ਚ ਪੋਲੀਟੀਕਲ ਫੈਸਲੇ ਘੱਟ ਹੁੰਦੇ ਨੇ, ਪਰ ਕੁਦਰਤੀ ਤੌਰ ਤੇ ਕਾਨੂੰਨੀ ਤੌਰ ਤੇ ਵੀ ਉਹਨਾਂ ਦੇ ਹੱਕ 'ਚ ਹੋ ਗਿਆ ਤੇ ਉਹ ਆਲਮੋਸਟ ਉਹਨਾਂ ਦੇ ਹੱਕ 'ਚ ਹੀ ਰਹੇਗਾ। ਭਾਵੇਂ ਰਿਵਿਊ ਪਟੀਸ਼ਨ ਪਾਈ ਹੈ ਸਰਕਾਰ ਨੇ, ਉਹ ਤਾਂ ਇੱਕ ਫਾਰਮੈਲਿਟੀ ਹੈ ਮੇਰਾ ਖਿਆਲ, ਉਹ ਤਾਂ ਹੋਏਗਾ। ਨਹੀਂ ਇਹ ਜਿਹੜਾ ਪਾਰਟੀਕੂਲਰਲੀ ਮਸਲਾ ਨਾ ਜੀ ਉੱਤਰ ਪ੍ਰਦੇਸ਼ ਦਾ, ਇਹਦੇ 'ਚ ਠੀਕ ਆ ਵੀ ਸਰਕਾਰ ਬੀਜੇਪੀ ਦੀ ਆ। ਜਿਵੇਂ ਮੁੱਖ ਮੰਤਰੀ ਸਾਹਿਬ ਨਾਲ ਮੇਰੀ ਫੋਨ ਤੇ ਗੱਲ ਹੋਈ ਆ, ਉਹ ਇਹ ਕੋਈ ਗੌਰਮੈਂਟ ਵੱਲੋਂ ਕੋਈ ਉਸ ਤਰ੍ਹਾਂ ਨਹੀਂ ਹੈ। ਜਿਹੜੇ ਡਿਪਾਰਟਮੈਂਟ ਟੂ ਡਿਪਾਰਟਮੈਂਟ ਜਿਹੜੇ ਕਾਗਜ਼ੀ ਪੱਤਰੀ ਹਿਸਾਬ ਨਾਲ ਉਸ ਤਰ੍ਹਾਂ ਉਹ ਆਪਣਾ ਸ਼ੁਰੂ ਕਰ ਦਿੰਦੇ ਨੇ। ਤੇ ਹੁਣ ਪੋਲੀਟੀਕਲ ਮਾਮਲਾ ਹੁਣ ਬਣਿਆ ਤੇ ਹੁਣ ਅਸੀਂ ਸਮਝਦੇ ਹਾਂ ਕਿ ਉਹ ਪੋਲੀਟੀਕਲ ਨਜ਼ਰੀਏ ਨਾਲ ਹੀ ਉਹਨੂੰ ਹੱਲ ਕਰਿਆ ਜਾਊਗਾ। ਕਿੱਥੇ? ਹਾਂ ਨਹੀਂ, ਸੈਂਟਰ ਤਾਂ ਇਹ ਜਿਹੜਾ ਆਰਮਡ ਫੋਰਸਿਸ ਦਾ ਸੈਂਟਰ ਬਣਾ ਰਹੀ ਹੈ ਲਖੀਮਪੁਰ ਜ਼ਿਲ੍ਹੇ 'ਚ, ਰਾਮਪੁਰ 'ਚ, ਜਿਹੜੇ 15 ਪਿੰਡ ਆ ਨਾ ਇਹਨਾਂ ਸਾਰਿਆਂ 'ਚ। ਤੇ ਇਹੀ ਕਹਿ ਰਹੇ ਆ ਵੀ ਜਾਂ ਤਾਂ ਉਹਨਾਂ ਨੂੰ ਹੁਣ ਜੇ ਉੱਥੇ ਉਹਨਾਂ ਨੇ ਬਣਾਉਣਾ ਤਾਂ ਉਹਨਾਂ ਨੂੰ ਕੰਪਨਸੇਸ਼ਨ ਦੇਣ, ਉਹਨਾਂ ਨੂੰ ਮਤਲਬ ਪੂਰਾ ਮੁਆਵਜ਼ਾ ਦੇਣ, ਉਹਨੂੰ ਮਾਲਕੀ ਦਾ ਹੱਕ ਸਮਝ ਕੇ। ਦੇ ਵੀ ਕੁਝ ਨਹੀਂ ਰਹੇ ਕਿਉਂਕਿ ਕਾਗਜ਼ਾਂ ਦੇ ਵਿੱਚ ਉਹ ਜ਼ਮੀਨ ਜਿਹੜੀ ਆ, ਜਿਵੇਂ ਮੈਂ ਤੁਹਾਨੂੰ ਦੱਸਿਆ, ਭਾਵੇਂ ਉਹਦੀ ਕਰਤੀ ਕਿੱਲਾਬੰਦੀ ਕਰਤੀ, ਕੀ ਨਾਂ ਉਹਨਾਂ ਦਿੱਤਾ ਹੈ ਜੀ, ਖਾਤੇ ਬੰਦ ਦਿੱਤੇ, ਪਰ ਇਨ ਸਪਾਈਟ ਆਫ ਦੈਟ ਜਿਹੜਾ ਰਿਕਾਰਡ 'ਚ ਮਾਲਕੀ ਦਾ ਹੱਕ ਆ ਉਹ ਸਰਕਾਰੀ ਮਹਿਕਮਿਆਂ ਦੇ ਹਿਸਾਬ ਨਾਲ ਜੰਗਲਾਤ ਮਹਿਕਮੇ ਦੇ ਚਲਿਆ ਆ ਰਿਹਾ। ਸੋ ਉਹਦਾ ਫਾਇਦਾ ਲੈ ਕੇ ਉਹ ਮਤਲਬ ਉਹਨਾਂ ਨੂੰ ਉੱਥੋਂ ਉਠਾਉਣਾ ਚਾਹੁੰਦੇ ਨੇ। ਸੋ ਸਾਡਾ ਕਹਿਣਾ ਇਹ ਆ ਵੀ ਜੇ ਉਹਨਾਂ ਨੂੰ ਜੇ ਖਾਤੇ ਬੰਦ ਤੇ ਸ਼ੇਅਰ ਹੋਲਡਰ ਮੰਨ ਲਿਆ, ਕਨੈਕਸ਼ਨ ਦੇਤੇ, ਫਿਰ ਮਾਲਕੀ ਦੇ ਹੱਕ ਮੁਤਾਬਕ ਉਹਨਾਂ ਨੂੰ ਕੰਪਨਸੇਟ ਵੀ ਕੀਤਾ ਜਾਵੇ। ਆ ਹੁਣ ਅਸੀਂ ਇੱਥੇ ਸਾਡੇ ਰਾਜਪੁਰੇ ਦੇ ਲਵੇ 6 ਪਿੰਡਾਂ ਦੀ ਪੰਚਾਇਤੀ ਜ਼ਮੀਨ ਸੀ ਸਾਡੀ ਆਪਣੀ ਸਰਕਾਰ ਦੇ ਵਿੱਚ। ਅਸੀਂ ਉਹਨੂੰ ਕੋਈ ਉੱਥੇ ਡਿਵੈਲਪਮੈਂਟ ਕਰਨ ਵਾਸਤੇ PSIC ਵੱਲੋਂ ਫੈਸਲਾ ਕੀਤਾ ਤੇ ਜਿਹੜੇ ਲੋਕ ਪੰਚਾਇਤੀ ਜ਼ਮੀਨਾਂ ਦੇ ਪਟੇ ਹੀ ਲੈਂਦੇ ਸੀ, ਅਸੀਂ ਉਹਨਾਂ ਨੂੰ ਵੀ 18 ਲੱਖ ਰੁਪਏ ਕਿੱਲੇ ਪਿੱਛੇ ਦੇਣ ਦਾ ਫੈਸਲਾ ਕੀਤਾ ਸੀ। ਤੁਹਾਡੇ ਸਾਹਮਣੇ ਆ ਰਾਜਪੁਰੇ ਲਵੇ। ਇਹ ਵੱਖਰੀ ਗੱਲ ਆ, ਫਿਰ ਸਾਡੀ ਸਰਕਾਰ ਬਦਲ ਗਈ, ਹੁਣ ਨਵੀਂ ਸਰਕਾਰ ਆ ਗਈ, ਹੁਣ ਇਹ ਫੇਰ ਲੱਗੇ ਨੇ ਕਰਨ। ਹੁਣ ਫੇਰ ਉੱਥੇ ਹੁਣ ਸ਼ਾਇਦ ਇਹਨਾਂ ਨੇ ਮੌਜੂਦਾ ਸਰਕਾਰ ਨੇ 6 ਲੱਖ ਦੇ ਵਿੱਚ ਹੀ ਫੈਸਲਾ ਕਰ ਲਿਆ। ਇਹ ਤਾਂ ਗੌਰਮੈਂਟ ਟੂ ਗੌਰਮੈਂਟ ਤੇ ਮੈਂ ਤਾਂ ਹੀ ਕਿਹਾ ਵੀ ਹੁਣ ਇਹ ਪਹਿਲਾਂ ਜਿਹੜਾ ਹੁਣ ਤੱਕ ਜਿਹੜੀ ਹੋਈ ਆ ਗੱਲ ਤੁਸੀਂ ਕਹੀ ਆ, ਇਹ ਮਤਲਬ ਹੇਠਾਂ ਡਿਪਾਰਟਮੈਂਟਲ ਐਕਸ਼ਨ ਸੀ। ਹੁਣ ਪੋਲੀਟੀਕਲ ਨਜ਼ਰੀਏ ਨਾਲ ਇਹਦਾ ਹੱਲ ਹੁਣ ਕੱਢਿਆ ਜਾਏਗਾ। ਹੁੰਦੇ ਸਰਕਾਰ ਦੇ ਨੇ ਕਈ ਵਾਰੀ ਡਿਪਾਰਟਮੈਂਟ ਹੇਠਲੇ ਲੈਵਲ ਤੇ ਆਪਣੇ ਕਾਗਜ਼ੀ ਪੱਤਰੀ। ਹੁਣ ਇੱਕ ਮੁੱਖ ਮੰਤਰੀ ਨੂੰ ਕੀ ਪਤਾ ਵੀ ਇਹਦੀ ਪਿਛੋਕੜ ਕੀ ਆ, ਤੇ ਜਦੋਂ ਸਾਹਮਣੇ ਗੱਲ ਆਊਗੀ ਉਦੋਂ ਪਤਾ ਲੱਗੂਗਾ ਨਾ। ਹਾਂਜੀ ਹਾਂ, ਕਿਹਨੇ ਦਿੱਤਾ ਮੈਮੋਰੈਂਡਮ? ਸੁਨੀਲ ਜਾਖੜ ਹੋਰੀ ਤਾਂ ਜੋ ਮਰਜ਼ੀ ਕਹੀ ਜਾਣ। ਵੈਸੇ ਸਹੀ ਮੈਨੇ ਵਿੱਚ ਤਾਂ ਮੈਂ ਤੁਹਾਨੂੰ ਦੱਸਾਂ ਵੀ ਇਹ ਜਿਹੜਾ ਆਰਡੀਨੈਂਸ ਗਵਰਨਮੈਂਟ ਆਫ ਇੰਡੀਆ ਹੁਣ ਲੈ ਕੇ ਆਈ ਆ, ਇਹ ਰਵਾਇਤ ਸ਼ਰਦ ਪਵਾਰ ਦੇ ਸਮੇਂ ਤੁਹਾਨੂੰ ਯਾਦ ਹੋਣਾ 2004-05 ਦੇ ਵਿੱਚ ਹੋਈ ਸੀ। 2004-05 ਦੇ ਵਿੱਚ ਸ਼ਰਦ ਪਵਾਰ ਹੋਰਾਂ ਨੇ ਮਲਟੀਨੈਸ਼ਨਲ ਕੰਪਨੀਆਂ ਨੂੰ ਖਰੀਦ ਕਰਨ ਦੀ ਆਗਿਆ ਦਿੱਤੀ ਸੀ। ਜਦੋਂ ਬਾਹਰੋਂ ਉਹਨਾਂ ਨੇ ਫਿਰ ਜਦੋਂ ਆਪਣਾ ਸਟਾਕ ਖਤਮ ਹੋ ਗਿਆ, ਕਿਸੇ ਨੇ RTI ਪਾਤੀ, ਉਹਦੇ ਚੋਂ ਫਿਰ ਹੱਥਾਂ ਪੈਰਾਂ ਦੀ ਪੈ ਗਈ 6 ਲੱਖ ਮੀਟ੍ਰਿਕ ਟਨ ਫਿਰ ਬਾਹਰੋਂ ਮੰਗਵਾਉਣਾ ਪਿਆ ਸੀ। ਫਿਰ ਉਹਨਾਂ ਨੂੰ ਫੈਸਲਾ ਵਾਪਸ ਲੈਣਾ ਪਿਆ ਸੀ। ਇਹ ਤਾਂ ਕਾਂਗਰਸ ਰਾਜ ਦੇ ਸਮੇਂ ਵੀ ਇਹ ਟ੍ਰਾਇਲ ਤਾਂ ਹੁੰਦੇ ਰਹੇ ਆ। ਇਹ ਇੱਕ ਕੇਂਦਰ ਸਰਕਾਰ, ਇਹਦੇ ਤਾਂ ਕੋਈ ਦੋ ਰਾਵਾਂ ਨਹੀਂ, ਕੇਂਦਰ ਦੀ ਹਮੇਸ਼ਾ ਸੋਚ ਰਹੀ ਆ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਮਤਲਬ ਪ੍ਰਾਈਵੇਟਾਈਜੇਸ਼ਨ ਵੱਲ ਨੂੰ ਸਾਰੇ ਮੁਲਕ ਨੂੰ। ਜੇ ਅੱਜ ਫੋਰਨ ਫੰਡਿੰਗ ਇਨਵੈਸਟਮੈਂਟ ਵੀ ਸ਼ੁਰੂ ਹੋਈ ਆ ਜਾਂ ਪ੍ਰਾਈਵੇਟਾਈਜੇਸ਼ਨ ਵੀ ਸ਼ੁਰੂ ਹੋਈ ਆ ਮੁਲਕ ਦੇ ਵਿੱਚ, ਤਾਂ ਉਹਦੇ ਜਨਮਦਾਤਾ ਤਾਂ ਡਾਕਟਰ ਮਨਮੋਹਨ ਸਿੰਘ ਹੋਣੀ ਆ, ਕਾਂਗਰਸੀ ਆ। ਇਹ ਠੀਕ ਆ, ਅੱਜ ਦੇ ਜ਼ਮਾਨੇ 'ਚ ਗਲੋਬਲਾਈਜੇਸ਼ਨ ਹੋ ਗਈ, ਇਕੋਨੋਮੀ ਦੀ ਸਾਰਾ ਵਰਲਡ ਉੱਧਰ ਨੂੰ ਤੁਰਿਆ ਤੇ ਅੱਜ ਦੀ ਸਰਕਾਰ ਨੂੰ ਵੀ ਤੁਰਨਾ ਪਿਆ।
ਤੇ ਪਰ ਹੋਰ ਕੋਈ ਭਾਵੇਂ ਹੋਵੇ, ਪਰ ਕਾਂਗਰਸ ਕਹਿਣ ਦਾ ਹੱਕ ਨਹੀਂ ਰੱਖਦੀ ਕਿਸੇ ਮਸਲੇ ਤੇ ਵੀ। ਦੇਖੋ ਨਿਤਨ ਗਡਕਰੀ ਉਹਨਾਂ ਨੇ ਆਪਦੀ ਸਥਿਤੀ ਆਪ ਕਲੀਅਰ ਕਰਤੀ ਦੂਜੇ ਦਿਨ। ਵੈਸੇ ਮੈਂ ਤੁਹਾਨੂੰ ਬੜਾ ਕਲੀਅਰ ਕਰਦਾ, ਜਿੱਥੇ MSP ਦੀ ਗੱਲ ਆ ਨਾ, MSP ਦੇ ਮਸਲੇ ਤੇ ਤਾਂ ਉਹਦੇ 'ਚ ਇਹ ਆਰਡੀਨੈਂਸ ਜਿਹੜੇ ਨੇ ਉਹਦੇ 'ਚ ਕਿਸੇ ਤਰ੍ਹਾਂ ਵੀ ਰੋਕ ਨਹੀਂ ਲਾਉਂਦੇ, ਬਲਕਿ MSP ਤੇ ਤਾਂ ਫਸਲਾਂ ਖਰੀਦੀਆਂ ਹੀ ਜਾਣਗੀਆਂ, ਸਰਕਾਰੀ ਪਰਚੇਜ ਰਹੇਗੀ, ਉਹ ਨਹੀਂ ਰੁਕਾਵਟ ਹੈ। ਇਹ ਠੀਕ ਆ ਵੀ ਅਕਾਲੀ ਦਲ ਬੜਾ ਕਲੀਅਰ ਆ ਦੋ ਗੱਲਾਂ ਤੇ, ਵੀ ਇੱਕ ਤਾਂ ਜਿਹੜੀ ਸਰਕਾਰੀ ਪਰਚੇਜ ਆ ਯਕੀਨੀ ਰਹਿਣੀ ਚਾਹੀਦੀ ਆ, ਔਰ ਜਿਹੜਾ MSP ਸਿਸਟਮ ਆ ਉਹ ਖਤਮ ਨਹੀਂ ਹੋਣਾ ਚਾਹੀਦਾ। ਇਹ ਗੱਲਾਂ ਦੋ ਤੇ ਤਾਂ ਅਕਾਲੀ ਦਲ ਬਿਲਕੁਲ ਕਲੀਅਰ ਆ। ਔਰ ਕਈ ਵਾਰੀ ਅਸੀਂ ਹੁਣ ਭਾਈਵਾਲ ਰਹਿੰਦੇ ਆ, ਅਸੀਂ ਆਪਣੇ ਹਿਸਾਬ ਨਾਲ ਜਿਹੜੀ ਆਪਣੀ ਸੋਚ ਆ, ਸਾਡੀ ਆਪਣਾ ਸਿਧਾਂਤ ਆ, ਉਹਨੂੰ ਉੱਤੇ ਪਹਿਰਾ ਦੇ ਕੇ ਅਸੀਂ ਕੋਸ਼ਿਸ਼ ਕਰਾਂਗੇ ਵੀ ਕਿਸੇ ਤਰ੍ਹਾਂ ਕਿਸਾਨ ਨਾਲ ਧੱਕਾ ਨਾ ਹੋਵੇ, ਪੰਜਾਬ ਨਾਲ ਧੱਕਾ ਨਾ ਹੋਵੇ। ਨਹੀਂ ਜਿਹੜੇ ਸੁਨੀਲ ਜਾਖੜ ਜੀ ਨੇ ਇਹ ਵੀ ਪੁੱਛੋ ਨਾ, ਜਿਹੜੀ ਤੁਹਾਡੀ ਸਰਕਾਰ ਆਪਣੀ, ਇਹਨੇ 2017 ਦੇ ਵਿੱਚੋਂ ਇਹ ਜਿਹੜੀਆਂ ਚੀਜ਼ਾਂ ਡਾਇਰੈਕਟ ਮਾਰਕੀਟਿੰਗ ਹੈ, ਪ੍ਰਾਈਵੇਟ ਮਾਰਕੀਟਿੰਗ ਹੈ, ਟ੍ਰੇਡਿੰਗ ਹੈਗੀ ਹੈ, ਸਿੰਗਲ ਵਿੰਡੋ ਜਿਹੜੀ ਹੈਗੀ ਹੈ ਮਾਰਕੀਟ ਫੀਸ ਕਲੈਕਸ਼ਨ ਹੈ, ਟ੍ਰੇਡਿੰਗ ਲਾਇਸੈਂਸ ਹੈ, ਇਹ ਸਾਰੀਆਂ ਚੀਜ਼ਾਂ ਤਾਂ 2017 'ਚ ਤੁਸੀਂ ਐਕਸੈਪਟ ਕਰ ਲਈਆਂ। ਮੇਰੇ ਖਿਆਲ ਇਹਨਾਂ ਦੀ ਆਪਣੀ ਸਰਕਾਰ ਨੇ ਇਹਨਾਂ ਨੂੰ ਦੱਸਿਆ ਹੀ ਨਹੀਂ ਵੀ ਅਸੀਂ ਕੀ ਕੁਝ ਕਰ ਦਿੱਤਾ। ਆਪਣਾ ਵੀ ਤਾਂ ਦੇਖ ਲੈਂਦਾ ਕਿ ਫਰਕ ਰਹਿ ਕੀ ਗਿਆ। ਇਹ ਸਾਰੀਆਂ ਚੀਜ਼ਾਂ ਹੀ ਤਾਂ ਪੰਜਾਬ ਦੀ ਸਰਕਾਰ 2017 ਦੇ ਵਿੱਚ ਜਿਹੜਾ ਉਸ ਵੇਲੇ ਇਹ ਮਾਡਲ ਐਕਟ ਜਿਹੜਾ ਇਹਨਾਂ ਨੇ ਅਡਾਪਟ ਕੀਤਾ, ਉਹਦੇ ਵਿੱਚ ਸਾਰੀਆਂ ਚੀਜ਼ਾਂ ਤਾਂ ਐਕਸੈਪਟ ਕਰ ਗਈਆਂ, ਲਾਗੂ ਵੀ ਹੋ ਗਈਆਂ। ਇੱਕ ਗੱਲ ਤਾਂ ਕਲੀਅਰ ਹੈ ਨਾ ਵੀ ਇਸ ਮੁਲਕ ਦੇ ਵਿੱਚ ਜੇ ਕਿਸੇ ਸੂਬਿਆਂ ਦੇ ਅਧਿਕਾਰ ਖੇਤਰ ਖੋਹਣ ਦੀ ਗੱਲ ਕੀਤੀ ਆ ਜਾਂ ਅਧਿਕਾਰਾਂ ਤੇ ਛਾਪਾ ਮਾਰਨ ਦੀ ਗੱਲ ਕੀਤੀ ਆ, ਤਾਂ ਸਭ ਤੋਂ ਵੱਡੇ ਚੈਂਪੀਅਨ ਤਾਂ ਕਾਂਗਰਸੀ ਸਰਕਾਰਾਂ ਹੀ ਨੇ। ਇਸੇ ਕਰਕੇ ਅਸੀਂ ਕਹਿੰਦੇ ਵੀ ਕਾਂਗਰਸੀਆਂ ਨੂੰ ਬੋਲਣ ਦਾ ਹੱਕ ਨਹੀਂ ਹੈ। ਦੇਖੋ ਮੈਂ ਤੁਹਾਨੂੰ ਦੱਸਿਆ ਵੀ ਬਦਲਦੀਆਂ ਹਾਲਤਾਂ 'ਚ ਕਈ ਵਾਰੀ ਸਰਕਾਰਾਂ ਆਪਣੇ ਹਿਸਾਬ ਨਾਲ ਨੈਸ਼ਨਲ ਇੰਟਰਨੈਸ਼ਨਲ ਸਿਚੁਏਸ਼ਨ ਦੇ ਮੁਤਾਬਕ ਫੈਸਲੇ ਲੈਂਦੀਆਂ ਨੇ, ਪਰ ਜਿੱਥੇ ਤੱਕ ਸੰਘੀ ਢਾਂਚੇ ਦੀ ਗੱਲ ਆ, ਫੈਡਰਲਿਜ਼ਮ ਦੀ ਗੱਲ ਆ, ਉਹਦੇ ਤੇ ਅਕਾਲੀ ਦਲ ਦਾ ਜਿਹੜਾ ਸਟੈਂਡ ਆ ਉਹ ਨਹੀਂ ਡਿਲੂਟ ਹੋ ਸਕਦਾ। ਸ਼੍ਰੋਮਣੀ ਅਕਾਲੀ ਦਲ ਦੀ ਪਹਿਚਾਣ ਹੀ ਇਸ ਮੁਲਕ ਦੇ ਵਿੱਚ ਕਿਸਾਨਾਂ ਦੇ ਪਹਿਰੇਦਾਰ, ਧਰਮ ਤੇ ਰਾਜਨੀਤੀ ਦੇ ਸੁਮੇਲ ਦੇ ਪਹਿਰੇਦਾਰ ਔਰ ਫੈਡਰਲਿਜ਼ਮ ਦੇ ਪਹਿਰੇਦਾਰ ਔਰ ਖਾਸ ਤੌਰ ਤੇ ਪੰਜਾਬੀਆਂ ਦੇ ਹੱਕਾਂ ਦੇ ਲੰਬੜਦਾਰ, ਇਹ ਚਾਰ ਗੱਲਾਂ ਤੇ ਆਧਾਰਿਤ ਅਕਾਲੀ ਦਲ ਦੀ ਪਹਿਚਾਣ ਇਸ ਮੁਲਕ ਦੇ ਵਿੱਚ ਤੇ ਪੋਲੀਟੀਕਲ ਗਲਿਆਰਿਆਂ 'ਚ ਬਣੀ ਹੋਈ ਆ। ਅਕਾਲੀ ਦਲ ਇਹ ਚਾਰੇ ਗੱਲਾਂ ਤੇ ਕਾਇਮ ਰਹੇਗਾ। ਦੇਖੋ ਤੁਸੀਂ ਸ਼ਾਇਦ ਸੁਖਬੀਰ ਬਾਦਲ ਹੋਰਾਂ ਦੀ ਪ੍ਰੈਸ ਕਾਨਫਰੰਸ 'ਚ ਸਾਰੇ ਹਾਜ਼ਰ ਹੋਵੋਗੇ। ਉਹਨਾਂ ਨੇ ਬੜਾ ਕਲੀਅਰ ਕਿਹਾ ਸੀ ਵੀ ਜੋ ਬਿਆਨ ਚੰਦੂਮਾਜਰਾ ਜੀ ਨੇ ਕਿਹਾ ਉਹ ਪਾਰਟੀ ਦਾ ਸਟੈਂਡ ਆ, ਉਹ ਪਾਰਟੀ ਦਾ ਵਿਚਾਰ ਆ। ਸੋ ਕਈ ਵਾਰੀ ਸ਼ਬਦਾਂ ਦਾ ਵਰਤੋਂ ਕੋਈ ਕਿਸੇ ਹਿਸਾਬ ਨਾਲ ਕੀਤੀ ਜਾਵੇ ਅਲੱਗ ਗੱਲ ਆ, ਪਰ ਅੱਜ ਮੈਂ ਫੇਰ ਕਲੀਅਰ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਚਾਰ ਗੱਲਾਂ ਤੇ ਇਸ ਮੁਲਕ ਦੇ ਵਿੱਚ ਰਾਜਨੀਤਿਕ ਗਲਿਆਰਿਆਂ 'ਚ ਜਿਹੜੀ ਪਹਿਚਾਣ ਬਣਾਈ ਆ, ਸੰਘੀ ਢਾਂਚੇ ਦੀ, ਡੀਸੈਂਟਰਲਾਈਜੇਸ਼ਨ ਆਫ ਪਾਵਰ, ਫੈਡਰਲਿਜ਼ਮ ਇਨ ਕੰਟਰੀ, ਔਰ ਦੂਜਾ ਜਿਹੜਾ ਹੈ ਕਿਸਾਨੀ ਦੇ ਹੱਕ, ਭਾਵੇਂ ਖੇਤ ਮਜ਼ਦੂਰ ਲਈ, ਵਪਾਰੀ ਲਈ, ਮੁਲਾਜ਼ਮ ਲਈ ਵੀ ਸ਼੍ਰੋਮਣੀ ਅਕਾਲੀ ਦਲ ਆਵਾਜ਼ ਬੁਲੰਦ ਕਰਦਾ ਰਿਹਾ, ਬਲਕਿ ਖਾਸ ਤੌਰ ਤੇ ਘੱਟ ਜਿਹੜੀਆਂ ਸ਼ਡਿਊਲ ਕਾਸਟ ਨੇ ਉਹਨਾਂ ਨੂੰ ਜਿੰਨੇ ਵੀ ਵੱਧ ਤੋਂ ਵੱਧ ਸਹੂਲਤਾਂ ਕੋਈ ਸਰਕਾਰ ਦੇ ਸਕਦੀ ਆ ਤਾਂ ਅਕਾਲੀ ਸਰਕਾਰਾਂ ਵੀ ਦਿੱਤੀਆਂ ਗਈਆਂ। ਵਪਾਰੀਆਂ ਨੂੰ ਵੀ ਜੇ ਕੋਈ ਸਹੂਲਤਾਂ ਮਿਲੀਆਂ ਤਾਂ ਅਕਾਲੀ ਸਰਕਾਰਾਂ ਵੀ ਦਿੱਤੀਆਂ ਗਈਆਂ। ਪਰ ਜੇ ਸਹੀ ਮਾਇਨੇ ਵਿੱਚ
ਕਿਸਾਨਾਂ ਦੇ ਹੱਕਾਂ ਦੀ ਇੱਕੋ ਇੱਕ ਪਾਰਟੀ ਦੀ ਪਹਿਚਾਣ ਜੇ ਕੋਈ ਹੈ ਪੰਜਾਬ ਦੇ ਵਿੱਚ ਤਾਂ ਉਹ ਅਕਾਲੀਆਂ ਨੂੰ ਮੰਨਿਆ ਜਾਂਦਾ ਮੁਲਕ ਦੇ ਵਿੱਚ। ਸੋ ਇਸੇ ਤਰ੍ਹਾਂ ਧਰਮ ਤੇ ਰਾਜਨੀਤੀ ਦੇ ਸੁਮੇਲ ਦੀ ਵੀ ਅਸੀਂ ਹਿੱਕ ਠੋਕ ਕੇ ਗੱਲ ਕਰਦੇ ਰਹੇ ਆ। ਚਾਹੇ ਸਾਡਾ ਵਿਧਾਨ ਤੇ ਤਬਦੀਲੀਆਂ ਵੀ ਕਰ ਲੀਆਂ, ਚਾਹੇ ਵਿਧਾਨ ਦੇ ਵਿੱਚ ਰੋਕਣ ਦਾ ਯਤਨ ਵੀ ਕੀਤਾ ਐਮਰਜੈਂਸੀ ਦੇ ਵਿੱਚ, ਪਰ ਅਕਾਲੀਆਂ ਨੇ ਹਮੇਸ਼ਾ ਇਹ ਕਿਹਾ ਕਿ ਜੇ ਰਾਜਨੀਤੀ ਧਰਮ ਦੇ ਤਾਬੇ ਰਹੇਗੀ ਤਾਂ ਉਹ ਸਵੱਛ ਰਾਜਨੀਤੀ ਹੋਏਗੀ, ਲੋਕ ਸੇਵਾ ਵਾਲੀ ਰਾਜਨੀਤੀ ਹੋਏਗੀ। ਇਸੇ ਕਰਕੇ ਤੁਸੀਂ ਦੇਖਿਆ ਹੋਣਾ ਕਿ ਆ ਕਰੋਨਾ ਵਰਗੀ ਮਹਾਮਾਰੀ ਦੇ ਵਿੱਚ ਸਾਰੇ ਲੋਕ ਘਰਾਂ 'ਚ ਬੈਠ ਗਏ, ਪਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ, ਸ਼੍ਰੋਮਣੀ ਅਕਾਲੀ ਦਲ ਦੀਆਂ ਸੰਸਥਾਵਾਂ ਜਿਹੜੀਆਂ ਔਰ ਖਾਸ ਤੌਰ ਤੇ SGPC ਨੇ ਦੁਨੀਆ ਵਿੱਚ ਪਹਿਚਾਣ ਬਣਾਈ ਸੇਵਾ ਕਰਕੇ। ਸੋ ਮਤਲਬ ਜਿਹੜੇ ਸਾਡੇ ਸਿਧਾਂਤ ਨੇ, ਚਾਰ ਗੱਲਾਂ ਤੇ ਸਾਡੀ ਪਹਿਚਾਣ ਆ, ਅਕਾਲੀ ਦਲ ਉਤੇ ਪੂਰਾ ਡਟ ਕੇ ਪਹਿਰਾ ਦੇਗਾ। ਇਹਦੇ 'ਚ ਕੋਈ ਮਤਲਬ ਸਾਡੀ ਬਦਲਵੀਂ ਰਾਏ ਨਹੀਂ ਹੈ ਪਾਰਟੀ। ਹਾਂਜੀ ਹਾਂਜੀ ਕਿਹੜੇ? ਅੱਛਾ ਅੱਛਾ ਚਲੋ ਠੀਕ ਆ। ਰੌਲਾ ਦੇਖੋ, ਹਰ ਇੱਕ ਨੂੰ ਹੱਕ ਆ। ਲੋਕ ਰਾਜ ਦੇ ਵਿੱਚ ਅਸੀਂ ਤਾਂ ਇਹਨਾਂ ਹੱਕਾਂ ਲਈ ਮੋਰਚੇ ਲਾਉਂਦੇ ਰਹੇ ਆ ਵੀ ਬੋਲਣ ਦਾ ਹੱਕ ਹੋਵੇ। ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਕੋਈ ਬੋਲਦਾ ਗਲਤ ਆ? ਅਸੀਂ ਤਾਂ ਕਹਿੰਦੇ ਆ ਜੋ ਵੀ ਕੋਈ ਬੋਲਦਾ ਆਪਣੇ ਹਿਸਾਬ ਨਾਲ ਬੋਲਦਾ, ਠੀਕ ਬੋਲਦਾ, ਬੋਲਣ ਦੀ ਆਜ਼ਾਦੀ ਆ ਪੂਰੀ। ਹੋਰ ਜੀ ਆ ਚਿੰਮਾ ਸਾਹਿਬ ਨੇ ਕਹਿਣੀਆਂ ਕੁਝ ਗੱਲਾਂ ਹੋਰ? ਮੇਨ ਤਾਂ ਜਿਹੜੀ ਅੱਜ ਇਸ਼ੂ ਸੀਗਾ ਯੂਪੀ ਦੇ ਵਿੱਚ ਤਰਾਈ ਇਲਾਕੇ ਦੇ ਵਿੱਚ ਕਿਸਾਨਾਂ ਨੂੰ ਉਜਾੜਨ ਦਾ, ਮੇਨ ਤਾਂ ਉਸੇ ਕਰਕੇ ਪ੍ਰੈਸ ਕਾਨਫਰੰਸ ਰੱਖੀ ਹੈ। ਔਰ ਦੂਜਾ ਇਹ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੇ ਖਿਲਾਫ ਇੱਕ ਅਸੀਂ ਸਿੰਬੋਲਿਕ ਪ੍ਰੋਗਰਾਮ ਜਿਹੜਾ ਉਹ 18 ਜੂਨ ਨੂੰ ਰੱਖਿਆ। ਜਿਹੜੇ ਮੇਨ ਇਸ਼ੂ ਹੈਗਾ ਕਿ ਪੰਜਾਬ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਗਰੀਬ ਲੋਕਾਂ ਦੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਟਾਈਮ ਤੇ ਨੀਲੇ ਕਾਰਡ ਬਣਾਏ ਗਏ ਸੀ, ਉਹ ਕੱਟਣ ਕਰਕੇ ਲੱਖਾਂ ਲੋਕਾਂ ਨੂੰ ਜਿਹੜਾ ਹੈਗਾ ਇਸ ਮਹਾਮਾਰੀ ਦੇ ਦੌਰਾਨ ਵੀ ਖਾਸ ਤੌਰ ਤੇ ਔਰ ਉਸ ਤੋਂ ਪਹਿਲਾਂ ਵੀ ਜਿਹੜੀ ਦਾਲ ਤੇ ਆਟੇ ਦੀ ਸਕੀਮ ਸੀ ਉਹਦੇ ਤੋਂ ਵਾਂਝਾ ਕੀਤਾ ਗਿਆ। ਉਹਦੀ ਤਕਲੀਫ ਤਾਂ ਪਹਿਲਾਂ ਵੀ ਬਹੁਤ ਮਹਿਸੂਸ ਹੋ ਰਹੀ ਸੀ ਸਾਰਿਆਂ ਨੂੰ, ਪਰ ਮਹਾਮਾਰੀ ਦੇ ਦੌਰਾਨ ਜਿਸ ਤਰੀਕੇ ਬਹੁਤ ਵੱਡਾ ਵਿਤਕਰਾ ਉਹਨਾਂ ਲੋਕਾਂ ਨਾਲ ਹੋਇਆ, ਉਹਨੇ ਹੋਰ ਵੀ ਇਸ ਇਸ਼ੂ ਦੀ ਜਿਹੜੀ ਆ ਉਹਨੂੰ ਗੰਭੀਰਤਾ ਵਾਲੇ ਪਾਸੇ ਲੈ ਗਿਆ। ਭਾਵੇਂ ਕੇਂਦਰ ਸਰਕਾਰ ਨੇ ਰਾਸ਼ਨ ਬਹੁਤ ਵੱਡੀ ਮਾਤਰਾ ਦੇ ਵਿੱਚ ਭੇਜਿਆ ਸੀ, ਪਰ ਉਹਦੇ ਬਾਵਜੂਦ ਵੀ ਪੱਖਪਾਤ ਕਰਕੇ ਬੜਾ ਵੱਡਾ ਰਾਸ਼ਨ ਦਾ ਘੁਟਾਲਾ ਕਰਕੇ ਇਹਨਾਂ ਗਰੀਬ ਲੋਕਾਂ ਨੂੰ ਰਾਸ਼ਨ ਨਹੀਂ ਮਿਲਿਆ ਸੀ। ਇਹਦੇ ਵਾਸਤੇ ਹਾਈ ਕੋਰਟ ਦੇ ਵਿੱਚ ਵੀ ਸਾਡੇ ਸਰਦਾਰ ਇਕਬਾਲ ਸਿੰਘ ਝੁੰਦਾ ਸਾਹਿਬ ਜ਼ਿਲ੍ਹਾ ਪ੍ਰਧਾਨ ਸੰਗਰੂਰ ਬੈਠੇ ਆ। ਇਹਨਾਂ ਨੇ ਮਦਦ ਕਰਕੇ ਗਰੀਬ ਲੋਕਾਂ ਦੀ ਹਾਈ ਕੋਰਟ ਦੇ ਵਿੱਚ ਰਿਟ ਵੀ ਪਾਈ ਸੀ। ਉੱਥੇ ਸਰਕਾਰ ਨੇ ਇਨਡਾਇਰੈਕਟਲੀ ਮੰਨ ਵੀ ਲਿਆ, ਇੱਕ ਆਰਡਰ ਵੀ ਕੱਢ ਕੇ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਕਿ ਅਸੀਂ ਉਹਦੇ ਰਿਵਿਊ ਕਰ ਰਹੇ ਹਾਂ ਤੇ ਉਨੀ ਦੇਰ ਤੱਕ ਅਸੀਂ ਸਾਰਿਆਂ ਨੂੰ ਰਾਸ਼ਨ ਦੇ ਦਿਆਂਗੇ। ਜਿਹੜਾ ਬਲੰਡਰ ਸੀ ਵੱਡਾ, ਉਹ ਆਪਣੇ ਆਪ ਹੀ ਉਜਾਗਰ ਹੋ ਗਿਆ। ਪਰ ਪਾਰਟੀ ਵੱਲੋਂ ਕਿਉਂਕਿ ਇਹਨਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਫਿਰ ਥੱਲੇ ਤਕਨੀਕੀ ਜਿਹੜੀਆਂ ਦਿੱਕਤਾਂ ਬੜੀਆਂ ਲੋਕਾਂ ਨੂੰ ਕ੍ਰੀਏਟ ਕੀਤੀਆਂ ਜਾਂਦੀਆਂ। ਸਾਰੇ ਸਾਡੇ ਜ਼ਿੰਮੇਵਾਰ ਲੀਡਰ ਜਿਹੜੇ ਜ਼ਿਲ੍ਹਾ ਪ੍ਰਧਾਨ, MLA, ਸਾਬਕਾ MLA, MP, ਸਾਬਕਾ MP, ਇੱਕ ਸਿੰਬੋਲਿਕ ਪ੍ਰੋਟੈਸਟ ਜਿਹੜਾ ਇਸ ਮੇਨ ਇਸ਼ੂ ਨੂੰ ਲੈ ਕੇ ਨਾਲ ਅਸੀਂ ਕਾਪੀਆਂ ਵੀ ਸਬਮਿਟ ਕਰਾਂਗੇ। ਕਿੰਨੇ ਕਿੰਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਰ ਹਲਕੇ ਦੇ ਵਿੱਚ ਕਾਰਡ ਕੱਟੇ ਗਏ ਆ। ਉਹ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਰਾਜਪਾਲ ਸਾਹਿਬ ਦੇ ਨਾਂ ਦੇ ਉੱਤੇ ਮੈਮੋਰੈਂਡਮ ਦਿਆਂਗੇ। ਉਹ 18 ਤਰੀਕ ਨੂੰ 11 ਵਜੇ ਜਿਹੜਾ ਉਹ ਪ੍ਰੋਗਰਾਮ ਸਾਰੇ ਪੰਜਾਬ 'ਚ ਲਿਖਿਆ ਗਿਆ। ਉਹਦੇ ਨਾਲ ਬਾਕੀ ਵੀ ਸਾਰੇ ਇਸ਼ੂ ਹੈ, ਰੈਵਨਿਊ ਲਾਸ ਤੇ ਕਰਪਸ਼ਨ ਦੇ ਵੱਡੇ ਸਕੈਂਡਲ, ਜਿਹੜੇ ਮੈਡੀਕਲ ਕਾਲਜਾਂ ਦੇ ਵਿਦਿਆਰਥੀਆਂ ਦੀਆਂ ਫੀਸਾਂ ਦਾ ਵਾਧਾ, ਹੋਰ ਨਕਲੀ ਬੀਜਾਂ ਦੇ ਸਕੈਂਡਲ, ਰੇਤਾ ਦੇ, ਸ਼ਰਾਬ ਦੇ ਸਾਰੇ। ਪਰ ਮੇਨ ਜਿਹੜਾ ਸਾਡਾ ਕਿ ਗਰੀਬਾਂ ਦੇ ਨਾਲ ਜਿਹੜਾ ਬਹੁਤ ਵੱਡਾ ਧੱਕਾ ਇਸ ਸਰਕਾਰ ਨੇ ਕੀਤਾ ਔਰ ਰਾਸ਼ਨ ਦਾ ਜਿਹੜਾ ਘੁਟਾਲਾ ਕੀਤਾ, ਉਹਦੇ ਵਾਸਤੇ ਵੀ 18 ਤਰੀਕ ਨੂੰ 11 ਵਜੇ ਸਾਡੀ ਜਿਹੜੀ ਲੀਡਰਸ਼ਿਪ ਹੈ ਸੀਨੀਅਰ, ਕਿਉਂਕਿ ਹਾਲੇ ਮਹਾਮਾਰੀ ਕਰਕੇ ਦਿਸ਼ਾ ਨਿਰਦੇਸ਼ ਜਿਸ ਤਰ੍ਹਾਂ ਦੇ ਹੈਗੇ ਆ, ਅਸੀਂ ਉਹਦੇ 'ਚ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ। ਨਹੀਂ ਤਾਂ ਅਦਰਵਾਈਜ਼ ਤਾਂ ਇਹ ਇਸ਼ੂ ਇਹੋ ਜਿਹੇ ਹੈਗੇ ਜਿੱਥੇ ਵੱਡਾ ਜਨਤਕ ਅੰਦੋਲਨ ਕੀਤਾ ਜਾ ਸਕਦਾ, ਪਰ ਕਿਉਂਕਿ ਹਾਲਾਤ ਅਲਾਉ ਨਹੀਂ ਕਰਦੇ, ਇਸ ਕਰਕੇ ਮੇਨ ਲੀਡਰਸ਼ਿਪ ਜਿਹੜੀ ਆ ਉਦੋਂ 11 ਵਜੇ ਸਾਰੇ ਪੰਜਾਬ ਦੇ ਵਿੱਚ ਡਿਪਟੀ ਕਮਿਸ਼ਨਰ ਨੂੰ ਜਿਹੜੇ ਆ ਪ੍ਰੋਟੈਸਟ ਕਰਕੇ ਮੈਮੋਰੈਂਡਮ ਸਬਮਿਟ ਕਰੇ। ਰਾਸ਼ਨ ਵਾਲੀ ਗੱਲ ਤੇ ਮੈਂ ਗੱਲ ਕਹਿਣੀ ਚਾਹੁੰਦਾ ਵੀ ਬਹੁਤ ਵੱਡਾ ਸਕੈਂਡਲ ਆ
ਔਰ ਰੱਜ ਕੇ ਰਾਜਸੀਕਰਨ ਜੇ ਕਿਸੇ ਸਿਸਟਮ ਦਾ ਹੋਇਆ ਤਾਂ ਰਾਸ਼ਨ ਵੰਡ ਪ੍ਰਣਾਲੀ ਦਾ ਹੋਇਆ। ਟੋਟਲੀ ਇਹਨੂੰ ਪੋਲੀਟੀਕਲਾਈਜ਼ ਕਰਤਾ, ਟੋਟਲੀ ਇਹਨੂੰ ਇੱਕ ਕਾਂਗਰਸੀ ਲੋਕਾਂ ਦੇ ਹੱਥਾਂ 'ਚ ਦੇਤਾ। ਔਰ ਵੱਡੀ ਗੱਲ ਇਹ ਕੀਤੀ ਵੀ ਜਿਹੜੇ ਕੁਛ ਰਾਸ਼ਨ ਤਾਂ ਆਇਆ ਜਿਹੜਾ ਨੀਲੇ ਕਾਰਡਾਂ ਦੇ ਹਿਸਾਬ ਨਾਲ ਆਇਆ, ਕੁਛ ਉਹਨਾਂ ਨੇ ਐਕਸਟਰਾ ਭੇਜਿਆ, ਵੀ ਭੇਜਿਆ ਤਾਂ ਸੀ ਪ੍ਰਵਾਸੀ ਮਜ਼ਦੂਰਾਂ ਲਈ, ਜਿਹਨੂੰ ਮਰਜ਼ੀ ਦੇ ਵੀ ਜਿਹਨੂੰ ਮਰਜ਼ੀ ਦੇ ਦਿਓ, ਜਾਨੀ ਭੇਜਿਆ ਸੀ ਵੀ ਜੇ ਕੋਈ ਨਹੀਂ ਕਾਰਡ ਤਾਂ ਉਹਨੂੰ ਦੇ ਦਿਓ। ਉਹ ਅਜੇ ਉਹ ਤਾਂ ਪਤਾ ਹੀ ਨਹੀਂ ਲੱਗ ਰਿਹਾ ਵੀ ਕਿਹਨੂੰ ਦਿੱਤਾ। ਉਹ ਮੇਰਾ 1,70,000 ਕਰੋੜ ਦਾ ਸੀ, ਉਹ ਸ਼ਾਇਦ 1,70,000 ਕਰੋੜ ਲੋਕਾਂ ਲਈ। ਮਤਲਬ ਉਹਦਾ ਪਤਾ ਹੀ ਨਹੀਂ ਲੱਗ ਰਿਹਾ ਵੀ ਕਿੱਥੇ ਗਿਆ ਉਹ। ਮਤਲਬ ਬਹੁਤ ਵੱਡਾ ਘੁਟਾਲਾ ਕਹਿ ਲਓ ਇਹਨੂੰ, ਇਹਦਾ ਟੋਟਲੀ ਪੋਲੀਟੀਕਲਾਈਜੇਸ਼ਨ ਕਰਤੀ ਇਹਦੀ, ਟੋਟਲੀ ਇਹਨੂੰ ਕਾਂਗਰਸੀਕਰਨ ਕਰਤਾ ਰਾਸ਼ਨ ਵੰਡ ਪ੍ਰਣਾਲੀ, ਜਿਹੜਾ ਇੱਕ ਗਰੀਬ ਦੇ ਪੇਟ 'ਚ ਪਾਉਣ ਵਾਲੀ ਲੋੜ ਸੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।